ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਅਤੇ ਗਰੁੱਪ ਮੈਂਬਰ ਸਾਹਿਬਾਨ, ਪੰਜ ਜਨੋ, ਵਿਚਾਰ ਪਾਠ ਸ਼ੁਰੂ ਕਰੀਏ, ਫਿਰ ਉਹਦੀ ਵਿਚਾਰ ਕਰੀਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਾ ਮਾਨ, ਪੰਚੇ ਸੋ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੇ ਵਿਚਾਰ, ਕਰਤੇ ਕਹਿ ਕਰਨੇ ਨਹੀਂ ਸ਼ੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੇ ਸਚਿਆਰ, ਤਬਲਾ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲਿਓ ਰੂਪ, ਕੀਤੀ ਦਾਤ ਜਾਣੇ ਕੌਣ ਕੂਤ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ। 16ਵੀਂ ਪੌੜੀ ਸ਼ੁਰੂ ਹੈ। ਪੰਚ ਪ੍ਰਵਾਨ ਪੰਚ ਪ੍ਰਧਾਨ। ਜਿਹੜਾ ਪਹਿਲਾਂ ਸੁਣਦਾ ਹੈ ਫਿਰ ਮੰਨ ਲੈਂਦਾ ਹੈ, ਉਹ ਪੰਚ ਬਣ ਜਾਂਦਾ ਹੈ। ਪੰਚ ਸੰਤ ਪਦ ਦਾ ਲਿਖਾਇਕ ਹੈ। ਅੱਜ ਕੱਲ੍ਹ ਤਾਂ ਪੰਚ ਚਲੋ ਪਿੰਡਾਂ 'ਚ ਬਣਦੇ ਆ, ਪੰਚ ਸਰਪੰਚ, ਪਰ ਇਹ ਤਾਂ ਪੁਰਾਣਾ ਚੱਲਿਆ ਆਉਂਦਾ ਸ਼ਬਦ। ਬਹੁਤ ਉੱਚੀ ਹਸਤੀ ਨੂੰ ਪੰਚ ਕਹਿੰਦੇ, ਜਿਹੜਾ ਪ੍ਰਮਾਤਮਾ ਦਾ ਲਾਡਲਾ ਹੁੰਦਾ, ਯਾਨੀ ਸੰਤ ਹੁੰਦਾ। ਪੰਚ ਬਹੁਵਚਨ ਹੈ ਕਿਉਂਕਿ ਪੰਜ ਹੈ। ਪੰਚ ਪ੍ਰਵਾਨ ਪੰਚ ਪ੍ਰਧਾਨ। ਪ੍ਰਵਾਨ ਦਾ ਤਾਂ ਨਾ ਠੀਕ ਲੱਗਿਆ ਜੀ, ਪਰ ਪ੍ਰਧਾਨ ਦੇ ਨੰਨੇ ਨੂੰ ਔਂਕੜ ਲੱਗਿਆ। ਇਹ ਇੱਕ ਪ੍ਰਧਾਨ ਦੀ ਗੱਲ ਹੈ। ਇੱਥੇ ਕਿਤੇ ਨਾ ਕਿਤੇ ਉਕਾਈ ਹੋਈ ਹੈ ਸਾਤੋਂ ਲਿਖਣ ਲੱਗਿਆ। ਜਿਹੜੀਆਂ ਪਹਿਲੀਆਂ ਬੀੜਾਂ ਉਹਨਾਂ 'ਚ ਨਹੀਂ ਹੈ ਇਸ ਤਰ੍ਹਾਂ। ਇਹ ਗੱਲ ਜੋਗਿੰਦਰ ਸਿੰਘ ਜੀ ਤਲਵਾੜੇ ਨੇ ਲਿਖੀ ਹੈ। ਇਹ ਵੀ ਸ਼ਬਦ ਬਿਨਾਂ ਔਂਕੜ ਤੇ ਚਾਹੀਦਾ, ਕਿਉਂਕਿ ਪੰਜੇ ਹੈ, ਪੰਜੇ ਪ੍ਰਧਾਨ ਹੈ, ਪੰਜੇ ਪ੍ਰਵਾਨ। ਇਹ ਗਿਣਤੀ ਜਿਹੜੀ ਹੈ ਪੰਜ ਦੀ, ਇਹ ਗੁਰਮਤਿ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ। ਪੰਜ ਪਿਆਰੇ, ਇਹ ਉੱਥੋਂ ਹੀ ਆਇਆ ਹੋਇਆ। ਪੰਜ ਸ਼ਬਦ ਹੀ ਅਸਲ 'ਚ ਆਪਣੇ ਵਿੱਚ ਇੱਕ ਬਹੁਤ ਬੜਾ ਫਲਸਫਾ ਸਮੋਈ ਬੈਠਾ। ਤੇ ਜੇ ਉਹੋ ਜਿਹੇ ਪੰਜ ਹੋਵੇ ਫਿਰ ਤੱਕ ਲੇਖਾ ਹੀ ਕਾਹਦਾ। ਪੰਚੇ ਪਾਵੈ ਦਰਗਾਹ ਮਾਨ। ਪਾਵੈ ਸ਼ਬਦ ਬਹੁਵਚਨਕ ਕਿਰਿਆ ਹੈ। ਜੇ ਇੱਕ ਹੁੰਦਾ ਤਾਂ ਪਾਵੈ, ਬਾਵੇ ਨੂੰ ਦਲਾਈਆਂ ਨਾਲ ਆਉਣਾ ਸੀ। ਫਿਰ ਇਹਨੇ ਦਰਗਾਹ, ਇਹ ਜਿਹੜੀ ਸਿਆਰੀ ਲੱਗੀ ਹੋਈ ਹੈ, ਇਹਦਾ ਮਤਲਬ ਹੈ ਦਰਗਾਹ ਵਿੱਚ। ਦਰਗਾਹ ਨਹੀਂ ਬੋਲਣਾ ਇਹਨੂੰ, ਦਰਗਾਹ। ਕਿਉਂਕਿ ਇੱਕ ਦਿਨ ਪਹਿਲਾਂ ਵੀ ਵਿਚਾਰ ਆਈ ਸੀ ਵੀ ਫਾਰਸੀ ਦੇ ਵਿੱਚ ਕੰਨਾ ਜਿਹੜਾ ਹੈਗਾ ਉਹ ਲਿਖਿਆ ਨਹੀਂ ਜਾਂਦਾ, ਪਰ ਬੋਲਿਆ ਜਾਂਦਾ। ਜਿਵੇਂ ਅੱਲਾਹ, ਆੜਾ ਲੱਲਾ ਹਾ, ਅੱਲਾਹ ਕੰਨਾ ਬੁਲਾਉਂਦੇ ਆਓ। ਇੱਕ ਨੇ ਫਿਰ ਆੜਾ ਲੱਲਾ ਹਾਹੇ ਨੂੰ ਔਂਕੜ, ਉਹਨੂੰ ਅੱਲਾਹ ਪੜ੍ਹ ਜਾਂਦੇ ਆਪਾਂ ਆਮ। ਅੱਲਾਹ ਨਹੀਂ ਹੈ ਸ਼ਬਦ, ਉਹ ਅੱਲਾ ਹੀ ਹੈ। ਉਹ ਇੱਕ ਕਰਕੇ ਆਇਆ ਹੋਇਆ, ਇੱਕ ਵਚਨ ਦਾ ਪ੍ਰਤੀਕ ਹੋਣੇ ਕਰਕੇ। ਸੋ ਇਹ ਵਿਆਕਰਨ ਦੀਆਂ ਘੁੰਡੀਆਂ ਹੈ। ਉਹ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਨਾ ਵੀ ਕੋਈ ਬੰਦਾ ਸਟੀਕ ਅਰਥ ਨਹੀਂ ਕਰ ਸਕਦਾ, ਉਹ ਵਿਆਕਰਨ ਤੋਂ ਅਣਜਾਣਤਾ ਹੈ। ਵਿਆਕਰਨ ਇੱਕ ਤੇ ਦੂਜੇ ਅਰਥ ਵੱਲ ਜਾਣੇ ਨਹੀਂ ਦੇਣਾ। ਖੋਲਣ ਖਾਤਰ ਸਬੂਤ ਦਿਓ, ਕੋਈ ਦ੍ਰਿਸ਼ਟਾਂਤ ਦੇ ਦਿਓ, ਉਹ ਗੱਲ ਹੋਰ ਹੈ। ਪਰ ਜਿਹੜਾ ਅਰਥ ਹੈ ਕਿਸੇ ਵੀ ਤੁਕ ਦਾ, ਉਹ ਇੱਕੋ ਹੀ ਹੈ, ਦੋ ਹੋ ਨਹੀਂ ਸਕਦੇ। ਸੋ ਪੰਚੇ ਪਾਵੈ ਦਰਗਾਹ ਮਾਨ। ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਪੰਜ ਹੈ ਜਿਹੜੇ ਸੁਣ ਕੇ ਮੰਨ ਕੇ ਪਹੁੰਚੇ ਹੋਏ ਹੈ, ਉਹ ਦਰਗਾਹ 'ਚ ਮਾਨ ਪਾਉਣਾ ਪਰਮਾਤਮਾ ਦੇ ਵਿੱਚ। ਪੰਚੇ ਸੋਹ ਹੈ ਦਰ ਰਾਜਾਨ। ਸੋਹ ਹੈ ਸ਼ਬਦ ਫੇਰ ਬਹੁਵਚਨਕ ਹੈ। ਰਾਜਾਨ ਦੇ ਨੰਨੇ ਨੂੰ ਔਂਕੜ ਲੱਗੀ ਹੈ। ਇੱਕ ਰਾਜੇ ਦੀ ਗੱਲ ਹੋ ਰਹੀ ਹੈ। ਪਹਿਲਿਆਂ ਅਰਥਾਂ ਵਿੱਚ ਇਹ ਵੀ ਅਰਥ ਕਰਦੇ ਸੀ ਸਾਡੇ ਜਿਹੜੇ ਪਹਿਲੇ ਸੱਜਣ ਸੀਗੇ। ਵਿਆਕਰਨ ਤੋਂ ਬਹੁਤਾ ਵਿਆਕਰਨ ਦਾ ਪਤਾ ਨਹੀਂ ਸੀ ਬਈ ਸਾਰੇ ਹੀ ਅਰਥ ਠੀਕ ਹੈ ਜੀ। ਰੱਬ ਨੂੰ ਵੀ ਰਾਜਾ ਕਿਹਾ ਗਿਆ, ਤੇ ਰਾਜਿਆਂ ਜਿਹੜੇ ਦੁਨਿਆਵੀ ਰਾਜੇ ਉਹਨਾਂ ਦੇ ਦਰ ਤੇ ਵੀ ਸੋਭਾ ਪਾਉਂਦੇ ਪੰਚ। ਇਹ ਬਿਲਕੁਲ ਗਲਤ ਅਰਥ ਹੈ।
ਰਾਜਾਨ ਦੇ ਨੰਨੇ ਨੂੰ ਔਂਕੜ ਲੱਗੀ ਹੈ, ਇਹਦਾ ਮਤਲਬ ਇੱਕੋ ਹੀ ਰਾਜਾ ਹੈ, ਪਰਮਾਤਮਾ ਰਾਜਾ। ਔਰ ਜਿਹੜੇ ਪੰਚ ਹੈ ਉਹ ਰਾਜੇ ਦੇ ਦਰ ਤੇ, ਰੱਬ ਦੇ ਦਰ ਤੇ ਸੋਭਾ ਪਾਉਂਦੇ। ਦੁਨਿਆਵੀ ਰਾਜਿਆਂ ਦੀ ਕੋਈ ਅਹਿਮੀਅਤ ਨਹੀਂ ਹੈ, ਉਹ ਤਾਂ ਅੱਜ ਹੈ ਕੱਲ ਨੂੰ ਨਹੀਂ ਹੈ। ਉਹ ਇੱਕਣ ਇਹ ਔਂਕੜ ਨੇ ਘੁੰਡੀ ਹੱਲ ਕਰ ਦਿੱਤੀ ਹੈ, ਦੁਨਿਆਵੀ ਰਾਜਿਆਂ ਦੀ ਗੱਲ ਘੱਟ ਹੋ ਗਈ। ਉਹ ਜਿਹੜੇ ਪੰਚ ਹੈ ਉਹ ਰੱਬੀ ਰਾਜੇ ਦੇ, ਜਿਹੜਾ ਰਾਮ ਰਾਜਾ ਹੈ ਉਹਦੇ ਦਰ ਦੇ ਉੱਤੇ ਸੋਭਾ ਪਾਉਂਦੇ ਆ। ਪੰਚਾਂ ਕਾ ਗੁਰੇਕ ਧਿਆਨ, ਇਹ ਜਿਹੜੇ ਪੰਜੇ ਹੁੰਦੇ ਇਹਨਾਂ ਦਾ ਧਿਆਨ ਵੀ ਇੱਕ ਪਰ ਹੁੰਦਾ ਕੇਂਦਰ। ਬਿਨ ਗੁਰ ਹੋਰ ਧਿਆਨ ਹੈ ਸਭ ਦੂਜਾ ਪਾਓ, ਗੁਰੂ ਤੋਂ ਬਿਨਾਂ ਹੋਰ ਦਾ ਧਿਆਨ ਨਹੀਂ ਕਰਦੇ ਕਦੇ ਵੀ ਉਹ। ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਹਿ ਕਰਨੇ ਨਹੀਂ ਸਮਾਰ। ਜੇ ਕੋਈ ਵਿਚਾਰ ਕਰਨ ਲੱਗ ਵੀ ਜਾਵੇ, ਪਰ ਕਰਤਾ ਪਰਮਾਤਮਾ ਜਿਹੜਾ ਹੈਗਾ, ਗੁਰੂ ਹੈਗਾ, ਉਹਦੇ ਕਰਨੇ ਦੀ, ਉਹਦੇ ਕੰਮਾਂ ਦੀ ਕੋਈ ਗਿਣਤੀ ਉਹ ਨਹੀਂ ਹੈ। ਸਭ ਕੁਝ ਤਾਂ ਉਹੀ ਕਰ ਰਿਹਾ। ਅਸੀਂ ਅਗਰ ਕੋਸ਼ਿਸ਼ ਕਰੀਏ ਵੀ ਅਸੀਂ ਉਹਦੀ ਵਿਚਾਰ ਕਰੀਏ ਵੀ ਤੂੰ ਕਿੱਡਾ ਵੱਡਾ ਹੈ, ਤੂੰ ਕਿਆ ਕਿਆ ਕਰਦਾ, ਤਾਂ ਨਹੀਂ ਹੋਣੀ ਹੈ। ਉਹ ਬੇਸ਼ੁਮਾਰ ਹੈ, ਗਿਣਤੀ ਤੋਂ ਬਾਹਰ ਹੈ। ਧੌਲ ਧਰਮ ਦਇਆ ਕਾ ਪੂਤ, ਧਰਮ ਹੈ ਜਿਹੜਾ ਇਹ ਬਲਦ ਹੈ ਧਰਤੀ ਹੇਠਲਾ ਸਪੋਜ਼ਡ, ਜਿਹੜਾ ਹਿੰਦੂ ਧਰਮ ਦੇ ਵਿੱਚ ਆਉਂਦਾ ਹੈ। ਇਹ ਦਇਆ ਚੋਂ ਨਿਕਲਦਾ ਜਿਹੜਾ ਧਰਮ ਹੈ। ਦਇਆ ਮਾਂ ਹੈ, ਧਰਮ ਉਹਦਾ ਪੁੱਤਰ ਹੈ। ਸੋ ਉਹਦੇ ਨਾਲ ਤਸ਼ਬੀਹ ਦਿੱਤੀ ਹੈ ਬਾਬਿਆਂ ਨੇ। ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਹਨੇ ਆਪਣੇ ਸੂਤਰ ਦੇ ਵਿੱਚ, ਆਪਣੀ ਸੱਤਾ ਦੇ ਵਿੱਚ ਸੰਤੋਖ ਨੂੰ ਥਾਪ ਕੇ ਰੱਖਿਆ ਹੋਇਆ। ਸੰਤੋਖ ਦਾ ਵੀ ਧਰਮ ਦੇ ਨਾਲ ਬਹੁਤ ਗਹਿਰਾ ਤਾਲੁਕ ਹੈ। ਜਿਹੜਾ ਧਰਮੀ ਹੋਏਗਾ ਉਹ ਸੰਤੋਖੀ ਵੀ ਹੁੰਦਾ ਹੈ। ਸੰਤੋਖ ਮਿਆਨ ਹੁੰਦਾ ਹੈ ਧਰਮ ਦਾ, ਕਿਉਂਕਿ ਧਰਮ ਨੇ ਸੰਤੋਖ ਦੇ ਮਿਆਨ ਦੇ ਵਿੱਚ ਰਹਿਣਾ ਹੁੰਦਾ। ਜੇ ਕੋ ਬੁੱਝੇ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਪਾਰ। ਇੱਕ ਬਹੁਤ ਬੜੀ ਅਟੱਲ ਸੱਚਾਈ ਹੈ ਵੀ ਜੇ ਕੋਈ ਸਚਿਆਰਾ ਬਣੇ, ਇਸ ਗੱਲ ਨੂੰ ਬੁੱਝੇ, ਜਾਣੇ ਵੀ ਬਲਦ ਦੇ ਉੱਪਰ ਭਾਈ ਇੰਨਾ ਭਾਰ ਕਿੱਥੋਂ ਆ ਸਕਦਾ। ਧਰਤੀ ਹੋਰ ਪਰੇ, ਹੋਰ ਧਰਤੀਆਂ ਤਾਂ ਹੋਰ ਬਹੁਤ ਹੈ। ਫਿਰ ਉਹਨਾਂ ਦੇ ਹੇਠਾਂ ਕਿਹੜਾ ਬਲਦ ਹੋਊਗਾ, ਕਿੰਨੇ ਕੁ ਬਲਦ ਹੋਣਗੇ। ਫਿਰ ਬਲਦ ਅੱਗੇ ਕੱਚੂ ਕੁੰਮੇ ਪਰ ਹੋਊ। ਸੋ ਇਹ ਜਿਹੜੇ ਸਾਡੇ ਅਗਿਆਨਤਾ ਵਸ ਪੁਰਾਣਾ ਜਿਹੜੀ ਮਿਥਿਹਾਸ ਹੈ ਉਹਦੇ ਵਿੱਚ ਇਹ ਬਾਤਾਂ ਆਉਂਦੀਆਂ, ਇਹ ਦਿੱਤੀਆਂ ਹੋਈਆਂ ਗੁਰਬਾਣੀ ਚ ਆਪਣਾ ਸਿਧਾਂਤ ਸਪਸ਼ਟ ਕਰਨ ਖਾਤਰ, ਨਾ ਕਿ ਇਹਨਾਂ ਨੂੰ ਮੰਨਣ ਖਾਤਰ ਹੈ। ਜੀ ਜਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾ। ਕਿੰਨੇ ਕਿਸਮ ਦੇ ਜੀਵ ਹੈ, ਜਾਤਾਂ ਹੈ, ਰੰਗ ਹੈ। ਨਾਮ ਸ਼ਬਦ ਬਹੁਵਚਨਕ ਹੈ। ਜਿੱਥੇ ਵਾਵੇ ਨਾਲ ਆਉਂਦਾ ਉੱਥੇ ਬਹੁਤਿਆਂ ਨਾਵਾਂ ਦੀ ਗੱਲ ਹੁੰਦੀ ਹੈ, ਜਿਹੜਾ ਊੜੇ ਨਾਲ ਆਉਂਦਾ ਉਹ ਇੱਕ ਨਾਮ ਦੀ ਗੱਲ ਹੁੰਦੀ ਹੈ। ਬਹੁਤ ਕਿਸਮ ਦੇ ਜਾਤਾਂ, ਰੰਗ, ਰੂਪ ਹੈ, ਨਾਮ ਹੈ। ਸਾਰਿਆਂ ਨੂੰ ਇੱਕ ਚੱਲਦੀ ਹੋਈ ਕਲਮ ਨੇ ਲਿਖਿਆ ਹੋਇਆ ਸਭ ਦੇ ਮੱਥੇ ਦੇ ਉੱਤੇ। ਸਭ ਨਾਲ ਲਿਖਿਆ ਬੁੜੀ ਕਲਾਮ, ਬੁੜੀ ਮੈਨੇ ਚੱਲਦੀ ਕਲਮ, ਕਲਾਮ ਕਲਮ। ਉਹ ਪਰਮਾਤਮਾ ਦੀ ਜਿਹੜਾ ਅਟੱਲ ਹੁਕਮ ਹੈ, ਉਹ ਜਿਹੜੀ ਕਲਮ ਲਿਖ ਰਹੀ ਹੈ ਸਭ ਦੇ ਮੱਥੇ ਦੇ ਉੱਤੇ, ਸਭ ਦੇ ਉਸੇ ਨੇ ਲਿਖੇ। ਜਿਹਨੇ ਲਿਖੇ ਤੇ ਸਿਰ ਨਾ ਹੈ, ਉਹਦੇ ਸਿਰ ਪਰ ਨਹੀਂ ਹੈ, ਪਰ ਉਹਨੇ ਸਭ ਦੇ ਸਿਰ ਪਰ ਲਿਖੇ ਹੋਏ। ਇਹ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੀਤਾ ਹੋਏ। ਕੌਣ ਜਾਣੂਗਾ ਇਸ ਗੱਲ ਨੂੰ ਵੀ ਇਹ ਲੇਖਾ ਕਿਹਨੇ ਲਿਖਿਆ। ਨਹੀਂ ਜਾਣ ਸਕਦਾ ਕੋਈ, ਕਿਉਂਕਿ ਲੇਖਾ ਛੋੜ ਅਲੇਖਾ ਛੁੱਟੇ। ਅਸੀਂ ਤਾਂ ਬਿਨਾਂ ਲੇਖੇ ਤੋਂ ਛੁੱਟ ਸਕਦੇ ਜੇ ਮਹਾਰਾਜ ਕਿਰਪਾ ਕਰ ਦੇਵੇ। ਲੇਖੇ ਵਿੱਚ ਤਾਂ ਸਾਡਾ ਛੁਟਕਾਰਾ ਹੋ ਹੀ ਨਹੀਂ ਸਕਦਾ, ਕਿਉਂਕਿ ਪਤਾ ਨਹੀਂ ਕਿੰਨੇ ਕੁ ਅਸੀਂ ਮਾੜੇ ਲੇਖ ਸਵੇਰ ਤੇ ਸ਼ਾਮ ਤਾਈਂ ਮਨ ਵਿੱਚ ਲਿਖਦੇ ਹਾਂ, ਹੱਥਾਂ ਪੈਰਾਂ ਨਾਲ ਲਿਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਅੱਖਾਂ ਨਾਲ ਕਰਦੇ ਹਾਂ। ਉਹ ਲੇਖਾ ਨਹੀਂ ਹੈ। ਉਹ ਲੇਖੇ ਦੇ ਵਿੱਚ ਤਾਂ ਸਾਡਾ ਛੁਟਕਾਰਾ ਹੋ ਹੀ ਨਹੀਂ ਸਕਦਾ। ਉਹਦੀ ਦਾਤ, ਉਹਦੀ ਬਖਸ਼ਿਸ਼ ਹੈ ਜਿਹੜੀ ਲੱਖਾਂ ਹੀ ਲੇਖਿਆਂ ਨੂੰ, ਸਾਡਿਆਂ ਨੂੰ ਇੱਕ ਸਕਿੰਟ ਵਿੱਚ ਮਿਟੇ ਸਕਦੀ ਹੈ। ਲੇਖਾ ਲਿਖਿਆ ਕੀਤਾ ਹੋਏ, ਕਿੰਨਾ ਕੁ ਲੇਖਾ ਲਿਖਿਆ ਹੋਇਆ ਕੋਈ ਨਹੀਂ ਜਾਣ ਸਕਦਾ। ਕੀਤਾ ਤਾਣ ਸਵਾਲਿਓ ਰੂਪ, ਕੀਤੀ ਦਾਤ ਜਾਣੇ ਕੌਣ ਕੂਤ। ਉਹਦਾ ਕਿੰਨਾ ਕੁ ਸ਼ਕਤੀਸ਼ਾਲੀ ਹੈ, ਕਿੰਨਾ ਕੁ ਉਹਦੇ ਵਿੱਚ ਜ਼ੋਰ ਹੈ, ਕਿੰਨਾ ਕੁ ਸੁੰਦਰ ਹੈ, ਉਹਦਾ ਰੂਪ ਕਿੰਨਾ ਕੁ ਸੋਹਣਾ ਹੈ, ਇਹ ਵੀ ਕੋਈ ਨਹੀਂ ਜਾਣ ਸਕਦਾ। ਉਹਦੀਆਂ ਦਾਤਾਂ ਕਿੰਨੀਆਂ ਕੁ ਹੈ, ਉਹਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਿਲ ਹੈ, ਨਹੀਂ ਕੋਈ ਲਾ ਸਕਦਾ। ਕੇਵਟ ਵੱਡਾ ਡੀਠਾ ਹੋਏ, ਜੇ ਕੋਈ ਉਹੋ ਜਿਹਾ ਹੋਵੇ ਜਾਂ ਉਹਨੇ ਉਹਨੂੰ ਦੇਖਿਆ ਹੋਵੇ, ਵਿੱਚ ਸਮਾਇਆ ਹੋਵੇ, ਉਹ ਜਾਣ ਸਕਦਾ, ਦੂਜਾ ਨਹੀਂ ਜਾਣ ਸਕਦਾ। ਦੂਜੇ ਤਾਂ ਕਹਿ ਕੇ ਸੁਣ ਕੇ ਗੱਲਾਂ ਬਖਿਆਣਦੇ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆ। ਕੁਨ ਸ਼ਬਦ ਆਉਂਦਾ ਇੱਕ,
ਇਸਲਾਮੀ ਸ਼ਰ੍ਹਾ 'ਚ, ਜਿਹਨੂੰ ਇੰਗਲਿਸ਼ ਵਾਲੇ ਵਰਡ ਕਹਿੰਦੇ ਨੇ, ਉਹ ਇੱਕ ਸ਼ਬਦ ਤੋਂ, ਜਿਹਨੂੰ ਗੁਰਬਾਣੀ 'ਚ ਇੱਕ ਓਂਕਾਰ ਦਾ ਵੀ ਨਾਂ ਦਿੱਤਾ ਗਿਆ। ਸਤਨਾਮੀ ਵੀ ਇਸੇ ਇੱਕ ਦੀ ਗੱਲ ਕਰਦੇ ਇੱਕ ਓਂਕਾਰ ਦੀ। ਇਹ ਇੱਕ ਕਵਾਓ ਕਹਿਣ ਤੇ ਸਾਰੀ ਦੁਨੀਆ ਸਾਜੀ ਗਈ ਹੈ। ਯਾਨੀ ਸਭ ਤੋਂ ਪਹਿਲਾ ਜਿਹੜਾ ਹੈ ਆਵਾਜ਼ ਦੁਨੀਆ ਦੇ ਵਿੱਚ, ਉਹ ਇੱਕ ਓਂਕਾਰ ਦੀ ਹੈ, ਜਿਹਨੂੰ ਕੁਨ ਕਿਹਾ ਗਿਆ। ਮੈਮਰਾ ਵੀ ਕਹਿੰਦੇ ਇਹਨੂੰ ਫਾਰਸੀ ਦੇ ਵਿੱਚ ਵਿਦਵਾਨ। ਇਹ ਜਿਹਨੂੰ ਅਨਹਦ ਵੀ ਕਿਹਾ ਜਾਂਦਾ, ਇਹ ਕਿਸੇ ਉਸ ਹਿਰਦੇ ਦੇ ਅੰਦਰ ਪ੍ਰਗਟ ਹੋਇਆ ਜਿਹਦਾ ਐਂਟੀਨਾ ਪਕੜ ਸਕਦਾ ਸੀ। ਯਾਨੀ ਚੌਥਾ ਪਦ ਜਿਹਦਾ ਬਣਿਆ ਹੋਇਆ ਸੀਗਾ, ਉਹਨਾਂ ਨੇ ਇਹ ਚੀਜ਼ ਨੂੰ ਪਕੜਿਆ। ਇਹ ਮਿਊਟ ਹੈ, ਅਦਰਵਾਈਜ਼ ਇਹ ਜਿਹੜਾ ਸ਼ਬਦ ਹੈ ਇੱਕ ਓਂਕਾਰ ਦੁਨੀਆ ਦੇ ਵਿੱਚ ਹਰ ਵਕਤ ਚੱਲਦਾ ਹੈ, ਪਰ ਇਹ ਮਿਊਟ ਹੈ। ਇਹਨੂੰ ਪਕੜਨ ਖਾਤਰ ਖਾਸ ਕਿਸਮ ਦਾ ਐਂਟੀਨਾ ਮਨ ਦਾ ਚਾਹੀਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਤਾਂ ਇਹ ਪਕੜਿਆ ਜਾ ਸਕਦਾ। ਤਿਸਤੇ ਹੋਏ ਲੱਖ ਦਰਿਆਓ, ਉਸ ਇੱਕ ਸ਼ਬਦ ਤੋਂ ਫਿਰ ਲੱਖਾਂ ਹੀ ਸ਼ੋਭੇ ਦੁਨੀਆ ਦੇ ਚੱਲ ਪਏ। ਹਰ ਤਰ੍ਹਾਂ ਦਾ ਲੋਕ, ਹਰ ਤਰ੍ਹਾਂ ਦੀ ਦੁਨੀਆ ਬਣ ਗਈ ਹੈ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਮੇਰੀ ਕਿਆ ਕੁਦਰਤ ਹੈ, ਮੇਰੀ ਕਿਆ ਸ਼ਕਤੀ ਹੈ ਵੀ ਮੈਂ ਉਹਦੀ ਵਿਚਾਰ ਕਰ ਸਕਾਂ। ਉਹ ਬਹੁਤ ਬੇਅੰਤ ਹੈ, ਉਹ ਬਹੁਤ ਵਿਸ਼ਾਲ ਹੈ। ਇਹ ਸ਼ਬਦ ਵੀ ਛੋਟੇ ਪੈਨੇ ਉਹਦੇ ਖਾਤਰ। ਕਿਸੇ ਵਿਅਕਤੀ ਵਿਸ਼ੇਸ਼ ਦੀ ਪੂਜਾ ਦੇ ਵਿਧਾਨ ਬਣੇ ਹੋਏ ਸੀਗੇ ਸਾਡੇ ਸਮਾਜ 'ਚ, ਤਾਂ ਗੁਰੂ ਬਾਬਿਆਂ ਨੇ, ਸੰਤਾਂ ਭਗਤਾਂ ਨੇ ਇਸ ਖਿਆਲ ਨੂੰ ਤੋੜ ਕੇ ਉਹਦੀ ਬੇਅੰਤਤਾ ਦੀ ਗੱਲ ਕਰੀ ਹੈ। ਉਹ ਬੇਅੰਤ ਹੈ ਜਿਹਨੇ ਅੱਗੇ ਇਹ ਸਭ ਕੁਛ ਬਣਾਇਆ ਹੋਇਆ। ਉਹਦੇ ਤੋਂ ਇੱਕ ਵਾਰੀ ਵੀ ਵਾਰਿਆ ਨਹੀਂ ਜਾ ਸਕਦਾ, ਬਾਰ ਬਾਰ ਉਹਨੂੰ ਵੰਦਨਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਸਾਈ ਉਹੀ ਜੋ ਉਹਨੂੰ ਪਾਉਂਦੀ ਹੈ, ਉਹੀ ਭਲੀ ਕਾਰ ਹੈ। ਕਿਆ ਪਾਉਂਦਾ ਉਹਨੂੰ? ਜਪਣਾ, ਸਿਮਰਨ ਕਰਨਾ। ਉਹਦੇ ਵਿੱਚੋਂ ਨਿਕਲੇ ਹੋਏ ਜਿਹੜੇ ਵੀ ਅਮਲੀ ਕੰਮ ਹੈ ਸੰਸਾਰ ਦੇ ਵਿੱਚ, ਨਾਮ ਦੇ ਵਿੱਚੋਂ ਨਿਕਲੇ ਹੋਏ, ਉਹ ਵੀ ਭਲੇ ਹੈ, ਉਹਦੀ ਕਾਰ ਵੀ ਭਲੀ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਵਾਹਿਗੁਰੂ, ਹੇ ਨਿਰੰਕਾਰ, ਤੂੰ ਸਦਾ ਤੋਂ ਹੈ, ਸਲਾਮਤ ਹੈ, ਔਰ ਹੁਣ ਵੀ ਹੈ, ਰਹੇਗਾ ਵੀ। ਬਾਕੀ ਸਭ ਦੁਨੀਆ ਫਾਨੀ ਹੈ, ਆਉਣੇ ਜਾਣੇ ਵਾਲੀ ਹੈ। ਇੱਕ ਤੂੰ ਹੀ ਹੈ ਜਿਹੜਾ ਹਮੇਸ਼ਾ ਵਾਸਤੇ ਰਹਿਣਾ। ਤੋ ਸਾਧ ਸੰਗਤ ਜੀਓ, ਵਿਚਾਰ ਕਰਦੇ ਹਾਂ, ਪਹਿਲਾਂ ਦੱਸ ਰਹੇ ਨੇ, ਸੁਣੀ ਇੱਕ ਦੋ ਵਿਚਾਰਾਂ, ਉਹਨਾਂ ਦੀ ਥੋੜ੍ਹੀ ਜਿਹੀ ਗੱਲ ਕਰਨੀ ਬਣਦੀ ਹੈ। ਜਦੋਂ ਤੱਕ ਆਪਾਂ ਦੂਜੇ ਦਾ ਵਿਊ ਪੁਆਇੰਟ ਨਾ ਸਮਝਦੇ ਹਾਂ, ਸਾਡੀ ਅਧੂਰੀ ਰਹਿੰਦੀ ਹੈ, ਜਿਹੜਾ ਗਿਆਨ ਹੈ ਉਹ ਅਧੂਰਾ ਰਹਿੰਦਾ। ਜਦ ਦੂਜੇ ਦੀ ਧਿਆਨ ਨਾਲ ਸੁਣ ਲਓ ਤਾਂ ਉਹ ਗੱਲ ਸਹੀ ਹੋ ਜਾਂਦੀ ਹੈ, ਕੁਛ ਨਾ ਕੁਛ ਉਹਦੇ 'ਚ ਵੀ ਗੱਲ ਹੁੰਦੀ ਹੈ। ਕਿਵੇਂ? ਹੁਣ ਜਿਹੜੀ ਵਿਆਕਰਨ ਦੀ ਗੱਲ ਹੈ, ਇਹਦੇ ਨਾਲ ਉਹ ਘੁੰਡੀਆਂ ਖੁੱਲ ਗਈਆਂ ਜਿਹਨੇ ਨਹੀਂ ਵਿਆਕਰਨ ਪੜ੍ਹਿਆ ਵਾ, ਉਹ ਬਿਲਕੁਲ ਅਗਿਆਨਤਾ 'ਚ ਬੈਠੇ। ਜਿਹੜੀ ਸੰਤਾਂ ਵਾਲੀ ਗੱਲ ਹੈ, ਇਹ ਗੱਲ ਬਿਲਕੁਲ ਦਰੁਸਤ ਹੈ ਬਈ ਸਿੱਖ ਹਿਸਟਰੀ ਦੇ ਵਿੱਚ ਕਿਸੇ ਬੰਦੇ ਨੂੰ ਵੀ 1469 ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਤੋਂ ਲੈ ਕੇ, ਪ੍ਰਕਾਸ਼ ਤੋਂ ਲੈ ਕੇ 1920 ਦੇ ਲਗਭਗ ਤੱਕ ਕਿਸੇ ਇੱਕ ਵੀ ਬੰਦੇ ਨੂੰ ਸੰਤ ਨਹੀਂ ਕਿਹਾ ਗਿਆ। ਲਗਭਗ 450 ਸਾਲ। ਇਹ ਜਿਹੜੀ ਦਲੀਲ ਦਿੰਦੇ ਨਾ ਇਹ ਲੋਕ, ਪਹਿਲਾਂ ਵੀ ਇਹ ਬਾਤਾਂ ਹੋ ਲਈਆਂ, ਅੱਜ ਤੋਂ 10-15 ਸਾਲ ਪਹਿਲਾਂ ਵੀ। ਜਿਹੜਾ ਪ੍ਰਹਲਾਦ ਸੰਤ ਹੋਏ ਆ, ਧਰੂ ਹੋਏ ਆ, ਉਹ ਤਾਂ ਹੋਈ ਹੋਏ ਆ, ਉਹ ਸਿੱਖ ਹਿਸਟਰੀ ਨਹੀਂ ਹੈ। ਸਿੱਖ ਹਿਸਟਰੀ ਬਾਬਿਆਂ ਤੋਂ ਸ਼ੁਰੂ ਹੁੰਦੀ ਹੈ, ਗੁਰੂ ਨਾਨਕ ਪਾਤਸ਼ਾਹ ਤੋਂ। ਗੁਰਬਾਣੀ ਤਾਂ ਮਾਨਤਾ ਦਿੰਦੀ ਹੈ ਸੰਤਾਂ ਨੂੰ, ਲੇਕਿਨ ਸਿੱਖਾਂ ਦੇ ਵਿੱਚ ਇਹ ਰਵਾਇਤ ਰਹੀ ਹੈ ਸਾਡੀ ਵੀ ਕਿਸੇ ਸਿੱਖ ਨੇ ਹਿਮਾਕਤ ਨਹੀਂ ਕਰੀ ਵੀ ਉਹ ਸੰਤ ਕਹਾਵੇ ਜਾਂ ਕਹੇ ਇੱਕ ਦੂਜੇ ਨੂੰ। ਨਹੀਂ ਕਿਹਾ ਗਿਆ ਕਿਸੇ ਨੂੰ ਵੀ। ਕੋਈ ਹਿਸਟਰੀ ਕੱਢ ਕੇ ਦੇਖ ਲਓ। ਬਾਬਾ ਬੁੱਢਾ ਜੀ, ਭਾਈ ਤਾਰੂ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਸਹਿਲੋ ਜੀ, ਭਾਈ ਬਹਿਲੋ ਜੀ, ਜਿਹੜਾ ਮਰਜ਼ੀ ਚੱਕ ਕੇ ਦੇਖ ਲਓ, ਕਿਸੇ ਨੂੰ ਸਤਿਕਾਰ ਨਾਲ ਬਾਬਾ ਕਿਹਾ ਗਿਆ। ਵੈਸੇ ਮੋਸਟਲੀ ਭਾਈ ਸਾਹਿਬ ਦਾ ਸ਼ਬਦ ਆਉਂਦਾ ਹੈ। ਭਾਈ ਬੰਨੋ ਜੀ, ਭਾਈ ਗੁਰਦਾਸ ਜੀ। ਸੰਤ ਕਿਸੇ ਨੇ ਵੀ ਹਿਮਾਕਤ ਨਹੀਂ ਕਰੀ ਆਪਣੇ ਆਪ ਨੂੰ ਕਹਾਉਣ ਦੀ ਜਾਂ ਕਹਿਣ ਦੀ। ਇਹ ਕਿੱਥੋਂ ਸ਼ੁਰੂ ਹੋਇਆ? ਫਿਰ ਤਕਰੀਬਨ ਜਦ ਕਿ ਜੇ ਗੁਰੂ ਕੇ ਬਾਗ ਦੇ ਮੋਰਚੇ ਲੱਗੇ, ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆ ਰਹੀ ਸੀਗੀ, ਉਦੋਂ ਰੀਪੂ ਦਮਨ ਸਿੰਘ ਨਾਭੇ ਵਾਲਾ ਰਾਜਾ, ਇੱਕ ਸਿੱਖ ਹਿਤੈਸ਼ੀ ਰਾਜਾ ਸੀਗਾ, ਉਹ ਸਿੱਖੀ ਦਾ ਉਹਨੂੰ ਗਿਆਨ ਸੀ।
ਉਹਦੇ ਕੋਲ ਬੱਚਾ ਨਹੀਂ ਸੀਗਾ, ਅੰਗਰੇਜ਼ਾਂ ਨੇ ਉਹਨੂੰ ਬੇਦਖਲ ਕਰ ਦਿੱਤਾ, ਆਪਣਾ ਰਾਜ ਖੋਲਿਆ ਉਹਦਾ। ਉਹਦੇ ਨਾਲ ਹਮਦਰਦੀ ਹੋ ਗਈ ਸਿੱਖ ਕੌਮ ਦੀ ਵੀ ਕਿਉਂ ਖੋਇਆ ਗਿਆ। ਉਹਨਾਂ ਦਿਨਾਂ ਵਿੱਚ ਉਹਨੇ ਇਕੱਠ ਕਰਕੇ ਰੀਪੂ ਦਮਨ ਸਿੰਘ ਨੇ ਸੰਤ ਬਾਬਾ ਮਸਤੂਆਣੇ ਵਾਲੇ ਬਾਬਾ ਅਤਰ ਸਿੰਘ ਜੀ ਨੂੰ ਸੰਗਤ ਦੇ ਰੂਪ ਵਿੱਚ ਸੰਤ ਦਾ ਖਿਤਾਬ ਦੇ ਦਿੱਤਾ, ਸੰਗਤ ਤੋਂ ਦਵਾਤਾ। ਸੰਗਤ ਕੋ ਗੁਰਿਆਈ ਹੈ ਔਰ ਯੋਗ ਵੀ ਥੇ ਵੈਸੇ ਵੀ ਉਹ। ਉਦੋਂ ਤੋਂ ਇਹ ਲੀਹ ਚੱਲ ਪਈ ਹੈ। ਫਿਰ ਨਹੀਂ ਪਿੱਛੇ ਮੁੜ ਕੇ ਦੇਖਿਆ। ਫਿਰ ਤਾਂ ਜੀ ਕੋਈ ਵੀ ਬੰਦਾ ਜਿਹਨੇ ਚੋਗਾ ਪਾ ਲਿਆ ਬਸ ਉਹ ਸੰਤ ਬਣ ਗਿਆ। ਹੁਣ ਹਜ਼ਾਰਾਂ ਦੀ ਗਿਣਤੀ 'ਚ ਹੋਣ ਦਾ ਕਾਰਨ ਇਹੀ ਹੈ। ਹਾਲਾਂਕਿ ਸਿੱਖ ਹਿਸਟਰੀ ਪਹਿਲੀ ਦੀ ਗੱਲ ਨਹੀਂ ਦੱਸ ਰਿਹਾ ਕਰ ਰਿਹਾ। ਸੰਤ ਹੁੰਦਾ, ਸੰਤ ਕਿਉਂ ਨਹੀਂ ਹੁੰਦਾ, ਇਹਦੇ ਤਾਂ ਕੋਈ ਦੋ ਰਾਮਾ ਨਹੀਂ ਹੈ। ਪਰ ਵਾਹਿਗੁਰੂ ਸਿੱਖ ਹਿਸਟਰੀ ਦੇ ਵਿੱਚ ਕਿਸੇ ਬੰਦੇ ਨੇ ਸੰਤ ਨਹੀਂ ਕਹਾਇਆ, ਨਾ ਕਿਸੇ ਨੇ ਕਿਸੇ ਨੂੰ ਕਿਹਾ। ਗੁਰਸਿੱਖ ਬਣ ਕੇ ਰਹਿਣਾ ਹੀ ਵਡਿਆਈ ਹੈ ਸਿੱਖ ਦੀ। ਜਿਹੜਾ ਗੁਰਸਿੱਖ ਬਣ ਜਾਂਦਾ ਉਹ ਸੰਤ ਹੁੰਦਾ ਹੈ, ਕੋਈ ਡਾਊਟ ਨਹੀਂ ਹੁੰਦੀ ਉਹਦੇ 'ਚ। ਲੇਕਿਨ ਇੱਕ ਸਪੈਸ਼ਲੀ ਸ਼ਬਦ ਸੰਤ ਵਰਤ ਲੈਣਾ ਇਹ ਸਿੱਖ ਹਿਸਟਰੀ 'ਚ ਆਇਆ ਨਹੀਂ ਸੀਗਾ। ਹੁਣ ਬਹੁਤ ਹੈ। ਹੁਣ ਜਿੰਨਾ ਵੀ ਕਹਿ ਦੋ ਉਨਾ ਹੀ ਪ੍ਰਚਲਿਤ ਹੈ। ਜਿਹਨੂੰ ਇਹ ਵੀ ਨਹੀਂ ਪਤਾ ਵੀ ਊੜੇ ਤੇ ਆੜਾ ਕਿਆ ਹੁੰਦਾ ਗੁਰਬਾਣੀ ਦਾ, ਉਹ ਵੀ ਸੰਤ ਬਣਿਆ ਹੋਇਆ। ਆਲਾ ਅਸੀਂ ਕਹਿ ਵੀ ਰਹੇ ਹਾਂ, ਉਹਨੂੰ ਦੱਸ ਰਹੇ ਨੇ। ਦੇਖਿਆ ਜਿਹੜਾ ਸੱਟੇ ਵੀ ਲਾਉਂਦਾ ਕੋਈ ਬੰਦਾ, ਜਿਹੜੇ ਲੰਮੇ ਪੁੱਠੇ ਕੰਮ ਕਰਦੇ ਉਹਨਾਂ ਦੇ ਨੰਬਰ ਦੇ ਦਿੰਦਾ, ਉਹਨੂੰ ਵੀ ਲੋਕ ਸੰਤ ਬ੍ਰਹਮ ਗਿਆਨੀ ਦਾ ਖਿਤਾਬ ਦਈ ਬੈਠੇ। ਸੋ ਜੇ ਅਸੀਂ ਇਹਨੂੰ ਧਿਆਨ ਨਾਲ ਗੱਲ ਨੂੰ ਵਿਚਾਰੀਏ ਤਾਂ ਇਹ ਗੱਲ ਕਲੀਅਰ ਹੋ ਜਾਂਦੀ ਹੈ ਵੀ ਜਿਹੜਾ ਜਣਾ ਕਣਾ ਹੈ ਉਹ ਸੰਤ ਨਹੀਂ ਹੁੰਦਾ ਭਾਈ। ਅਸੀਂ ਵੀ ਆਪਣੇ ਆਪ ਦੀ ਸੋਚ ਨੂੰ ਸਹੀ ਕਰ ਲਈਏ। ਸੰਤ ਹੁੰਦਾ, ਸੰਤ ਕਿਉਂ ਨਹੀਂ ਹੁੰਦਾ? ਸੰਤ ਗੁਰਸਿੱਖ ਜਿਹੜਾ ਉਹ ਸੰਤ ਹੀ ਹੁੰਦਾ ਹੈ। ਇਹ ਪਰਾਇਵਾਚੀ ਸ਼ਬਦ ਹੈ। ਸੰਤ, ਭਗਤ, ਬ੍ਰਹਮ ਗਿਆਨੀ, ਗੁਰਸਿੱਖ। ਗੁਰਸਿੱਖਾਂ ਦੀ ਤਾਂ ਗੁਰੂ ਨਾਨਕ ਸਾਹਿਬ ਚਰਨ ਧੂੜ ਲੋੜਦੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪਿਆ ਵਰਾ ਨਾਮ ਜਪਾਵੇ। ਤਾਂ ਗੁਰਸਿੱਖ ਵੀ ਤਾਂ ਉੱਡਾ ਹੀ ਸਤਿਕਾਰਤ ਸ਼ਬਦ ਹੈ। ਪਰ ਅਸੀਂ ਸੰਤ ਨੂੰ ਇੱਕ ਜ਼ਿਆਦਾ ਅਹਿਮੀਅਤ ਦਿੰਦੇ ਹੋਏ ਅਸੀਂ ਜਣੇ ਕਣੇ ਨੂੰ ਸੰਤ ਕਹਿੰਦੇ ਹਾਂ। ਜਿਹੜੇ ਸਿਆਸੀ ਬੰਦੇ ਸਾਰਾ ਦਿਨ ਝੂਠ ਬੋਲਦੇ ਉਹਨਾਂ ਨੂੰ ਵੀ ਸੰਤ ਕਹਿੰਦੇ। ਇਹ ਸਾਡੀ ਹਿਮਾਕਤ ਹੈ, ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ। ਉਹ ਦਲੀਲ ਦੇ ਦੇਣੀ ਵੀ ਨਹੀਂ ਜੀ ਦੇਖੋ ਪ੍ਰਹਲਾਦ ਵੀ ਸੰਤ ਸੀਗੇ ਤੇ ਧਰੁਵ ਵੀ ਸੰਤ ਹੋਇਆ, ਉਹ ਤਾਂ ਹੈ, ਉਹਦੇ 'ਚ ਕੋਈ ਡਾਊਟ ਹੀ ਨਹੀਂ ਹੈ। ਪਰ ਸਿੱਖ ਹਿਸਟਰੀ 'ਚ ਨਹੀਂ ਕਿਸੇ ਨੇ ਇਹ ਗੱਲ ਕਹੀ ਹੈ, ਨਾ ਕਹਾਈ ਹੈ। ਇਹ ਗੱਲ ਸੋਚਣ ਵਿਚਾਰਨ ਵਾਲੀ ਹੈ। ਸਤਿਕਾਰ ਕਰਨਾ ਬਣਦਾ, ਕਿਉਂ ਨਹੀਂ ਬਣਦਾ? ਜਿਹੜਾ ਬੰਦਾ ਰੱਬ ਨਾਲ ਜੁੜ ਗਿਆ ਉਹਦਾ ਸਤਿਕਾਰ ਹੋਣਾ ਹੀ ਹੋਣਾ। ਜੇ ਅਸੀਂ ਨਹੀਂ ਵੀ ਕਰੂੰਗੇ ਤਾਂ ਵੀ ਹੋਣਾ ਉਹਦਾ। ਪਰਮਾਤਮਾ ਨੇ ਕਰਨਾ ਹੀ ਕਰਨਾ। ਗੱਲ ਨੂੰ ਸਹੀ ਲਹਿਜੇ 'ਚ ਸਮਝਣ ਦੀ ਗੱਲ ਹੁੰਦੀ ਹੈ। ਕਈ ਦਫਾ ਇਹ ਵੀ ਕਹਿੰਦੇ ਸੁਣਿਆ ਦੱਸ ਰਹੇ ਨੇ ਵੀ ਗੁਰਬਾਣੀ ਦਾ ਕੋਈ ਅਰਥ ਇੱਕ ਤਾਂ ਹੈ ਹੀ ਨਹੀਂ। ਇਹ ਅਨਾੜੀਪਣਾ ਸਾਡੀ ਸਮਝ ਦਾ ਦਿਵਾਲਾ ਨਿਕਲਿਆ ਹੋਇਆ ਸੀ, ਕਿਉਂਕਿ ਸਾਨੂੰ ਸਮਝ ਨਹੀਂ ਹੈ ਵੀ ਗੁਰੂ ਸਾਹਿਬ ਨੇ ਵਿਆਕਰਨ ਕਿਸ ਚੀਜ਼ ਖਾਤਰ ਪਾਇਆ ਹੋਇਆ। ਉਹ ਇਸੇ ਚੀਜ਼ ਖਾਤਰ ਪਾਇਆ ਹੋਇਆ ਵੀ ਜਿਹੜੇ ਪੜ੍ਹਦੇ ਆ ਉਹਨੂੰ ਜਿਹੜਾ ਵੀ 10 ਬੰਦੇ ਸੁਣਦੇ ਆ, 10ਾਂ ਦੇ ਦਿਮਾਗ 'ਚ ਅਲੱਗ-ਅਲੱਗ ਪਰਸੈਪਸ਼ਨ ਬਣ ਜਾਂਦੀ ਹੈ। ਚਾਹੇ ਦੁਨਿਆਵੀ ਗੱਲ ਵੀ ਦੇਖ ਲਓ, ਇੱਕ ਬੰਦਾ ਬੋਲਦਾ 10 ਉਹਨੂੰ ਸੁਣਦੇ ਆ, 10ਾਂ ਨੇ ਅਲੱਗ-ਅਲੱਗ ਇੰਟਰਪ੍ਰੇਟ ਕਰਨਾ। ਹਾਲਾਂਕਿ ਬੋਲਣੇ ਵਾਲੇ ਦੇ ਅੰਦਰ ਇੱਕੋ ਹੀ ਖਿਆਲ ਹੈ, ਉਹਨੂੰ ਸਮਝਣ ਜਿਵੇਂ ਮਰਜ਼ੀ ਲਓ। ਉਸ ਚੀਜ਼ ਨੂੰ ਕਲਮਬੱਧ ਕਰਿਆ ਵਿਆਕਰਨ ਦੇ ਵਿੱਚ, ਤਾਂ ਕਿ ਦੂਜਾ ਖਿਆਲ ਕਿਸੇ ਦੇ ਮਨ 'ਚ ਜਾਵੇ ਹੀ ਨਾ। ਨਹੀਂ ਪੜ੍ਹਨਾ ਉਹ ਸਾਡੀ ਹਿਮਾਕਤ ਹੈ, ਸਾਡੀ ਗਲਤ ਖਿਆਲੀ ਹੈ ਵੀ ਅਸੀਂ ਨਹੀਂ ਵਿਆਕਰਨ ਨੂੰ ਜਾਂਚਦੇ ਪੜ੍ਹਦੇ। ਵਿਆਕਰਨ ਹੈ ਤਾਂ ਇੱਕ ਤੇ ਦੂਜੇ ਅਰਥ ਵੱਲ ਜਾਣ ਨਹੀਂ ਦੇਣਾ ਕਿਸੇ ਨੂੰ ਵੀ। ਦੇਖ ਲਓ ਕੋਈ ਵੀ ਤੁਕ ਕੱਢ ਕੇ, ਸਿਆਰੀ, ਕੰਨਾ, ਔਂਕੜ, ਦਲੈਂਕੜ, ਇਹਨਾਂ ਦੇ ਵਿੱਚ ਅਰਥ ਲੁਕੇ ਪਏ ਸਾਰੇ। ਪਹਿਲਾਂ ਤਾਂ ਇਹ ਵੀ ਵਿਚਾਰਾਂ ਚੱਲਦੀਆਂ ਰਹੀਆਂ ਵੀ ਨਹੀਂ ਜੀ ਨਹੀਂ, ਵਿਆਕਰਨ ਤਾਂ ਠੀਕ ਨਹੀਂ ਹੈ, ਗੁਰਬਾਣੀ ਬੰਨੀ ਹੋਈ ਨਹੀਂ ਹੈ ਵਿਆਕਰਨ 'ਚ। ਉਹ ਭਾਈ ਗੁਰਬਾਣੀ ਤਾਂ ਆਜ਼ਾਦ ਹੈ, ਪਰ ਗੁਰੂ ਸਾਹਿਬ ਵੀ ਤਾਂ ਆਜ਼ਾਦ ਹੈ ਜਿਨ੍ਹਾਂ ਨੇ ਬਾਣੀ ਰਚੀ ਹੈ। ਵਿਆਕਰਨ ਕਿਹਨੇ ਬਣਾਇਆ, ਕਿਹਨੇ ਪਾਇਆ? ਆਪਾਂ ਨੇ? ਨੋ, ਕਿਸੇ ਸਿੱਖ ਨੇ ਨਹੀਂ ਪਾਇਆ, ਸਿੱਖਾਂ ਨੇ ਸਿਰਫ ਟੋਲਿਆ। ਔਰ ਇਹ ਗੱਲ ਬਿਲਕੁਲ ਵਾਜਬ ਹੈ ਵੀ ਪਹਿਲਾਂ ਬੋਲੀ ਬਣਦੀ ਹੈ, ਬੋਲੀ ਦੇ ਵਿੱਚੋਂ ਵਿਆਕਰਨ ਟੋਲਿਆ ਜਾਂਦਾ, ਨਾ ਕਿ ਪਹਿਲਾਂ ਵਿਆਕਰਨ ਬਣਦਾ। ਸੋ ਗੁਰੂ ਸਾਹਿਬ ਦੇ ਸਮੇਂ ਲਿਖਿਆ ਗਿਆ, ਉਹਨਾਂ ਨੂੰ ਤਾਂ ਪਤਾ ਸੀ ਇਸ ਗੱਲ ਦਾ, ਸਾਨੂੰ ਨਹੀਂ ਪਤਾ ਸੀ ਸਿੱਖਾਂ ਨੂੰ। ਹੌਲੀ ਹੌਲੀ ਸਿੱਖਾਂ ਨੇ ਤੋੜ ਲਿਆ, ਗੁਰੂ ਨੇ ਕਿਰਪਾ ਕਰ ਦਿੱਤੀ। ਤੇ ਜੇ ਹੁਣ ਵੀ ਅਸੀਂ ਨਾ ਮੰਨੀਏ ਫਿਰ ਸਾਡੀ ਕਿਆ ਕਹੂੰਗੇ ਇਹ ਸ਼ਬਦ ਨੂੰ, ਬੁਰੀ ਗੱਲ ਹੈ। ਸਿੱਖਣਾ ਚਾਹੀਦਾ, ਕਿਉਂ ਨਹੀਂ ਸਿੱਖਣਾ ਚਾਹੀਦਾ? ਤਾਂ ਕਿ ਸਾਡੇ ਮਨਾਂ 'ਚ ਕਲੈਰਿਟੀ ਹੋਵੇ ਵੀ ਇਹ ਅਰਥ ਕਿਵੇਂ। ਜੇ ਨਹੀਂ ਵਿਆਕਰਨ ਦੀ ਸੋਝੀ ਹੈ ਫਿਰ ਅਸੀਂ ਹੋਰ ਅਰਥ ਕਰਦੇ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ।
इसी करके हो रहा है सारा कुछ। जे व्याकरण की होंद नूं स्वीकार कर लवे ना कोई भी गुरसिख, मेरा नहीं ख्याल भी ਉਹਦੇ मन च कोई झगड़ा ਰਹੂਗਾ। झगड़ा उन्ना चिर है जिन्ना चिर सानू नहीं समझ आ रही गल दी। सो ਜਿਹੜੇ संत लोग हैं उन्हां दी महिमा ਤਾਂ अपने आप ते हो ही रही है, ਉਹਨੂੰ कोई रोक ही नहीं सकता है। कोई व्याकरण वाला नहीं रोक सकता ਉਹਨੂੰ जे कोई गलत कहता। पर ਜਿਹੜਾ कोई व्याकरण के हिसाब नाल संत बनया होवे ਉਹਦੀ महिमा का भी कोई लेखा नहीं है। जे कोई ਉਹਨੂੰ बुरा भला भी कहे भी नहीं ये तो व्याकरण की गल करता है, ये संत नहीं है, ये भगत नहीं हो सकता, वो भी हिमाकत है। ਜਿਹੜੀ चीज़ गुरु साहब ने पाई है जे ਉਹਨੂੰ कोई फॉलो करता सिख ਉਹਦੇ च गुनाह क्या है गल का भी। फिर तां ही भटकदे हैं, अर्थ इधर ते उधर करते हैं, किक तुकदे। चलो समाप्ति करिए विचार दी। कोई भी अपशब्द की खिमा की याचना ਦਾ ਆਸਰਾ करता और असीस की मंग भी करता, दे दिओ असीसां पंडा भर के। वाहिगुरू जी का खालसा वाहिगुरू जी की फतेह। धनता दे योग प्यारी साध संगत जीओ, दास रिद्धि फतेह प्रवान करियो। अगला पाठ शुरू करिए पौड़ी का 17वीं का। असंख जप असंख भाओ, असंख पूजा असंख तपताओ, असंख ग्रंथ मुख वेद पाठ, असंख जोग मन रहें उदास, असंख भगत गुण ज्ञान विचार, असंख सती असंख दातार, असंख सूर मोह पखसार, असंख मोन लिव लाए तार, कुदरत कवन कहाँ विचार, वारिया न जावा एक बार, जो तुद पावै साई भली कार, तू सदा सलामत निरंकार, जो तुद पावै साई भली कार, तू सदा सलामत निरंकार। पातशाह गुरु नानक साहब संसार की असीमता ਜਿਹੜੀ कि नहीं है देखने ਨੂੰ लगती है लेकिन नहीं है, असीमता केवल परमात्मा की है। ये गल जुदी है भी परमात्मा ने अपना जिहड़ा संसार बनाया वो भी बहुत विशाल है। भावें कि एक सैकंड दे विच उहनूं मिटा दिंदा है। उसे संदर्भ च बात हो रही है। असंख जप असंख भाओ, असंख्या ही जप करने वाले, असंख्या ही प्रेम करने वाले, भाव प्रेम नूं कहने। असंख पूजा असंख तपताओ, असंख्या ही पूजा करने वाले हैं। असंख का मतलब है गिनती तो बाहर, और असंख्या ही तप ताउने वाले हैं। कोई शरीर नूं ताप कर रहा है, तसीहे दे रहा, धूणियां ताप रहा, पुट्ठा लटक रहा, नंगा फिर रहा जंगल च, ये सब तपताओ है। सब जप सब तप सब चतराई, उजड़ भर में राह न पाई, बिन बूझे किछ थाए न पाई, नाम बिहूणे मथ है छाई। ये जिन्ने भी जप तप हैं दुनिया च, जो कुछ हो रहा है पहला भी ते हुण भी किसी हद तक, ये सब चतराइयां उजाड़ विच भरमण दे समान है। जिवें जंगल च कोई भटकदा होवे, उहनूं राह ना मिलदा होवे, ये सारा कुछ उदां ही है। बिन बूझे किछ थाओ ना पाई, बिना बुझण तो क्या जप क्या तप क्या व्रत पूजा, जा कह हृदय पाओ है दूजा। ये दूजे भाव च हो रहा सारा कुछ। ये सफल नहीं हुंदे, फलीभूत नहीं हुंदा कोई भी जप तप इस तरह दा। नाम बिहूणे मथ है छाई, जिन्ना चिर नाम नाल नहीं जुड़दा बंदा, सिर दे विच स्वाह पई हुई है। बहुत कैड़ा वचन है, करड़ा। जिन्ना भी दुनिया दे विच जो कुछ भी कर रहे हैं रब दे नाम दे उत्ते, ये सारा ही सिर दे विच स्वाह पाउण दे बराबर है। ये किसी लेखे च नहीं पैना भाई, लेखे च केवल नाम, नानक कह कर केवल नाम। जिन्ने भी पुण्य दान जप तप जेते सब ऊपर नाम। असंख ग्रंथ मुख वेद पाठ,
ਬੇਹਿਸਾਬ ਗ੍ਰੰਥਾਂ ਦਾ ਮੂੰਹ ਤੋਂ ਪਾਠ ਕਰਿਆ ਜਾਂਦਾ ਹੈ, ਵੇਦਾਂ ਦਾ। ਅਸੰਖ ਜੋਗ ਮਨ ਰਹਿ ਉਦਾਸ, ਰਹਿ ਬਹੁਤੇ। ਕਈ ਜੋਗੀ ਉਦਾਸ ਰਹਿੰਦੇ ਮਨ ਵਿੱਚ, ਚੁੱਪ ਧਾਰਨ ਕਰ ਲੈਂਦੇ, ਔਰ ਉਹ ਸਮਝਦੇ ਵੀ ਸ਼ਾਇਦ ਇਸ ਤਰ੍ਹਾਂ ਹੀ ਰੱਬ ਦੀ ਪ੍ਰਾਪਤੀ ਹੋ ਜੂ। ਅਸੰਖ ਭਗਤ ਗੁਣ ਗਿਆਨ ਵਿਚਾਰ, ਬਹੁਤ ਸਾਰੇ ਭਗਤ ਗੁਣਾਂ ਦੀ ਵਿਚਾਰ ਕਰਦੇ ਆ, ਉਹਦੇ ਗਿਆਨ ਦੀ ਵਿਚਾਰ ਕਰਦੇ ਆ। ਉਹਦੀ ਅਸੀਮਤਾ ਹੈ, ਉਹਦੀ ਬੇਅੰਤਤਾ ਹੈ। ਅਸੰਖ ਸਤੀ ਅਸੰਖ ਦਾਤਾ, ਸਤੀ ਦਾਨੀਆਂ ਨੂੰ ਕਹਿੰਦੇ। ਬੇਸ਼ੁਮਾਰ ਅਸੰਖਾਂ ਹੀ ਸਤੀ ਹੈ, ਦਾਨੀ ਹੈ, ਔਰ ਦਾਤੇ ਹੈ, ਦਾਤਾਰ। ਇਹ ਜਿਹੜੇ ਦਾਤਿਆਂ ਵਾਲੀ ਗੱਲ ਹੈ, ਇਹ ਦੁਨਿਆਵੀ ਤੌਰ ਪਰ ਬਣਦੇ ਆ। ਉਹ ਦਾਤਾ ਹੈ ਨਹੀਂ ਕੋਈ ਅਸਲ 'ਚ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਇਹ ਸੰਸਾਰ ਦੇ ਪ੍ਰਸੰਗ ਵਿੱਚ ਬਾਤ ਕਹੀ ਹੋਈ ਹੈ ਬਾਬਿਆਂ ਨੇ, ਬਈ ਬੜੇ ਅਸੰਖਾਂ ਹੀ ਦਾਤੇ ਬਣ ਕੇ ਬਹਿ ਜਾਂਦੇ, ਪਰ ਨਹੀਂ ਭਾਈ, ਦਾਤਾ ਇੱਕੋ ਹੀ ਹੈ, ਸਭ ਮੰਗਤੇ ਹੈ। ਔਰ ਅਸੰਖ ਸੂਰ ਮੋਹ ਪਕਸਾਰ, ਬਹੁਤ ਸਾਰੇ ਅਸੰਖਾਂ ਹੀ ਸੂਰਮੇ ਆਪਣੇ ਮੂੰਹ ਦੇ ਉੱਤੇ ਲੋਹੇ ਦੇ ਬਾਰ ਸਹਿਨੇ, ਸਾਰ ਲੋਹੇ ਨੂੰ ਕਹਿੰਦੇ। ਲੜਾਈ ਦੇ ਮੈਦਾਨ ਦੇ ਵਿੱਚ ਫੱਟ ਸਹਿਨੇ, ਮਤਲਬ ਇਹ ਹੈ। ਅਸੰਖ ਮੌਨ ਲਿਵ ਲਾਏ ਤਾਰ, ਬਹੁਤ ਸਾਰੇ ਮੌਨੀ ਚੁੱਪ ਰਹਿੰਦੇ, ਤਾੜੀ ਲਾ ਕੇ ਬੈਠਦੇ ਆ ਵੀ ਸ਼ਾਇਦ ਇਸ ਤਰ੍ਹਾਂ ਹੀ ਰੱਬ ਦੀ ਕੋਈ ਪ੍ਰਾਪਤੀ ਹੁੰਦੀ ਹੋਵੇ। ਮਨ ਫੇਰ ਵੀ ਚੁੱਪ ਨਹੀਂ ਕਰਦਾ। ਜਪਜੀ ਸਾਹਿਬ 'ਚ ਪਹਿਲਾਂ ਹੀ ਖੰਡਨ ਕਰਿਆ ਇਸ ਗੱਲ ਦਾ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਤੇਰੀ ਕੁਦਰਤ, ਤੇਰੀ ਸ਼ਕਤੀ, ਤੇਰਾ ਇਹ ਸਾਰਾ ਪਸਾਰਾ, ਮੈਂ ਇਹਦੀ ਕਿਆ ਵਿਚਾਰ ਕਰਾਂ। ਕਰੀ ਨਹੀਂ ਜਾ ਸਕਦੀ, ਇੱਕ ਵਾਰ ਵੀ ਵਾਰਿਆ ਨਹੀਂ ਜਾ ਸਕਦਾ। ਜੇ ਲੱਖਾਂ ਜੀਭਾਂ ਹੋਵੇ ਤਾਂ ਵੀ ਤੇਰਾ ਬਖਿਆਨ ਨਹੀਂ ਹੋ ਸਕਦਾ। ਕਿਵੇਂ ਮੇਰਾ ਮਨ ਤੇਰੇ ਤੋਂ ਵਾਰ-ਵਾਰ ਜਾਵੇ। ਲੱਖਾਂ ਹੀ ਕਰੋੜਾਂ ਹੀ ਵਾਰੀ ਇਹ ਸ਼ਬਦ ਵੀ ਛੋਟੇ ਪੈ ਜਾਂਦੇ, ਕਿਉਂਕਿ ਤੂੰ ਹੈਈਓ ਬਹੁਤ ਅਸਲ 'ਚ ਡਾਢਾ ਹੈ, ਬੇਅੰਤ ਹੈ। ਤੇਰਾ ਕੁਛ ਵੀ ਨਹੀਂ ਕਿਹਾ ਜਾ ਸਕਦਾ। ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੈਨੂੰ ਭਾਉਂਦੀ ਹੈ ਉਹ ਹੋ ਰਿਹਾ, ਉਹੀ ਭਲੀ ਕਾਰ ਹੈ। ਕਿਹੜੀ ਭਾਉਂਦੀ ਹੈ ਉਹਨੂੰ ਬਾਬਿਆਂ ਨੇ ਸਾਨੂੰ ਕਿਆ ਸਮਝਾਇਆ? ਨਾਮ। ਹਉਮੈ ਦਾ ਨਾਸ਼ ਕਰਵਾਉਣਾ ਗੁਰੂ ਤੋਂ ਬੇਨਤੀਆਂ ਕਰਕੇ, ਤੇ ਨਾਮ ਦਾ ਅੰਦਰ ਪ੍ਰਗਟਾਵਾ ਕਰਾਉਣਾ। ਬਾਕੀ ਸਾਰਾ ਕੁਛ ਤਾਂ ਫਜ਼ੂਲ ਹੈ, ਸਿਰ 'ਚ ਸੁਆਹ ਪੈਣੇ ਵਾਲੀ ਗੱਲਾਂ। ਭਾਵੇਂ ਜਿਹੜੇ ਕਰਦੇ ਆ ਉਹਨਾਂ ਨੂੰ ਇਹ ਗੱਲ ਨਾ ਵੀ ਚੰਗੀ ਲੱਗੇ, ਪਰ ਆਪਾਂ ਤਾਂ ਗੁਰੂ ਬਾਬਿਆਂ ਦੇ ਮਗਰ ਜਾਣਾ, ਭਗਤਾਂ ਦੇ ਮਗਰ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਮਗਰ ਜਾਣਾ। ਉਹਦੇ ਵਿੱਚ ਇਹੀ ਵਾਰ ਆਉਂਦੀ ਹੈ ਬਾਤ, ਬਈ ਸਵਾਏ ਨਾਮ ਤੋਂ ਸਭ ਕੁਛ ਹੇਚ ਹੈ, ਹਕੀਰ ਹੈ, ਤੁੱਛ ਹੈ। ਨਾਮ ਹੀ ਸਭ ਕੁਛ ਹੈ। ਸਾਰੀ ਸ੍ਰਿਸ਼ਟੀ ਨਾਮ ਦੀ ਧਾਰੀ ਹੋਈ ਹੈ, ਨਾਮ ਦੇ ਆਸਰੇ ਚੱਲ ਰਹੀ ਹੈ। ਇਹ ਨਾਮ ਇੱਕ ਐਸਾ ਮਾਰਗ ਹੈ ਜਿਹੜਾ ਦੁਨੀਆ ਤੋਂ ਬਿਲਕੁਲ ਨਿਵੇਕਲਾ, ਜਿਹਦੇ ਵਿੱਚ ਹਉਮੈ ਰਹਿਤ ਹੋ ਕੇ ਪਰਮਾਤਮਾ ਦੇ ਨਾਲ ਪ੍ਰਾਪਤੀ, ਪਰਮਾਤਮਾ ਦੇ ਨਾਲ ਪ੍ਰੀਤ ਪੈਂਦੀ ਹੈ। ਉਹਦੇ 'ਚ ਲੀਨ ਹੋਇਆ ਜਾਂਦਾ ਹੈ, ਜਿਵੇਂ ਦਰਿਆ ਸਾਗਰ 'ਚ ਲੀਨ ਹੁੰਦਾ। ਸੋ ਭਾਈ, ਨਾਮ ਦੀ ਮਹਿਮਾ ਹੈ ਗੁਰਬਾਣੀ ਵਿੱਚ, ਨਾ ਕਿ ਕਿਸੇ ਹੋਰ ਕਰਮ ਵਿਸ਼ੇਸ਼ ਦੀ ਕੋਈ ਮਹਿਮਾ ਹੈ। ਕਿਸੇ ਵੀ ਕਰਮ ਵਿਸ਼ੇਸ਼ ਦੀ ਇਸ ਕਰਕੇ ਮਹਿਮਾ ਨਹੀਂ ਹੈ ਵੀ ਉਹ ਸਭ ਦੂਜੇ ਭੌ 'ਚ ਹੁੰਦੇ ਆ ਤੇ ਹਉਮੈ ਦੇ ਵਿੱਚ ਹੁੰਦੇ। ਗੁਰਬਾਣੀ ਦੀ ਕਸਵੱਟੀਓ ਨਾਮ ਔਰ ਹਉਮੈ ਰਹਿਤ ਹੋਣਾ। ਨਾਮ ਦੀ ਪ੍ਰਾਪਤੀ ਹੋਣੀ ਹੈ, ਹਉਮੈ ਤੋਂ ਰਹਿਤ ਹੋਣਾ। ਇਹ ਦੋਹੇ ਇਕੱਠੇ ਚੱਲਦੇ ਆ, ਇੱਕ ਨਿਕਲੂਗਾ ਦੂਜਾ ਆਊਗਾ। ਜੇ ਇੱਕ ਹੈਗਾ ਤਾਂ ਦੂਜੇ ਨੇ ਅੰਦਰ ਨਹੀਂ ਆਉਣਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਵੱਡਾ ਗਵਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਬੁੱਝਿਆ ਜਾ ਹੀ ਨਹੀਂ ਸਕਦਾ ਹਉਮੈ 'ਚ। ਜੋ ਵੀ ਬੰਦਾ ਕਰਦਾ ਸੋਚਦਾ ਬੁੱਧੀ ਨਾਲ, ਮਨ ਨਾਲ, ਉਹ ਸਹੀ ਨਹੀਂ ਹੁੰਦਾ। ਭਾਈ ਸਾਹਿਬ, ਭਾਈ ਰਣਜੀਤ ਸਿੰਘ ਜੀ ਨੇ ਇੱਕ ਬਾਤ ਪੁੱਛੀ ਹੈ ਅਰਦਾਸ ਦੇ ਵਿੱਚ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਭਾਈ ਰਣਜੀਤ ਸਿੰਘ ਜੀ, ਉਹ ਗੁਰਮਤ ਤਾਂ ਹਮੇਸ਼ਾ ਹੀ ਉੱਚੀ ਹੁੰਦੀ ਹੈ। ਗੁਰਮਤ ਬਾਰੇ ਤਾਂ ਕੋਈ ਦੋ ਰਾਵਾਂ ਹੈ ਹੀ ਨਹੀਂ ਹੈ। ਇੱਥੇ ਸ਼ਬਦ ਮੱਤ ਹੀ ਹੈ, ਕਿਉਂਕਿ ਮੱਤ ਸਾਡੀ ਹੈ। ਸਾਡੀ ਮੱਤ ਮਲੀਨ ਹੈ।
ਇਹਨੂੰ ਉੱਚਾ ਕਰਨਾ, ਇਹਦੇ 'ਚ ਵਿਵੇਕ ਪੈਦਾ ਕਰਨਾ ਹੈ। ਬੇਨਤੀ ਹੈ ਸੰਗਤ ਦੀ, ਪਰਮਾਤਮਾ ਦੇ ਚਰਨਾਂ 'ਚ, ਗੁਰੂ ਦੇ ਚਰਨਾਂ 'ਚ, ਵੀ ਸਾਡੀ ਜਿਹੜੀ ਮੱਤ ਹੈ ਉਹਨੂੰ ਵਿਵੇਕ ਬਖਸ਼ ਦੇ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਹੋਰ ਕਿਸੇ ਵੀ ਕਰਮ ਵਿਸ਼ੇਸ਼ ਨੇ ਨਾਲ ਨਹੀਂ ਜਾਣਾ, ਤੇਰੇ ਚਰਨਾਂ 'ਚ ਪੈ ਗਏ ਢਹਿ ਪਏ, ਵਿਵੇਕ ਬੁੱਧੀ ਬਖਸ਼ ਦੇ ਸਾਨੂੰ। ਇਹ ਯਾਚਨਾ ਹੈ ਅਰਦਾਸ ਵਿੱਚ। ਮਨ ਨੀਵਾਂ ਹੋਊਗਾ, ਮੱਤ ਉੱਚੀ ਹੋਊਗੀ, ਵਿਵੇਕ ਉੱਚਾ ਹੋਊਗਾ। ਇਹ ਦੋਨੋਂ ਇਕੱਠੇ ਚੱਲਦੇ ਨੇ। ਜੇ ਮਨ ਨੀਵਾਂ ਹੋਊਗਾ ਤਾਂ ਵਿਵੇਕ ਨੇ ਉੱਚਾ ਹੋਣਾ ਹੈ। ਜੇ ਮੱਤ ਉੱਚੀ ਹੋ ਗਈ ਹੈ ਦੁਨਿਆਵੀ ਤੌਰ ਪਰ, ਫਿਰ ਮਨ ਨੇ ਨੀਵਾਂ ਨਹੀਂ ਹੋਣਾ ਹੈ, ਫਿਰ ਮਨ ਨੇ ਵੀ ਉੱਪਰ ਜਾ ਚੜਨਾ। ਇੱਕ ਚੀਜ਼, ਮਨ ਨੀਵਾਂ ਹੋਊਗਾ ਤਾਂ ਹੀ ਮੱਤ ਨੇ ਉੱਚੀ ਹੋਣਾ। ਇਹੀ ਬੇਨਤੀ ਹੈ ਸੰਗਤ ਦੀ ਵੀ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਇਹ ਚੀਜ਼ 10ਵੇਂ ਪਾਤਸ਼ਾਹ ਨੇ ਵੀ ਕਿਹਾ ਵੀ ਸਿੱਖੋ ਵਾਰ ਅਸਿੱਖ ਸੰਗਰੋ। ਮੇਰੇ ਸਿੱਖਾਂ ਨੂੰ ਹੀ ਕਿਉਂ? ਕਿਉਂਕਿ ਸਿੱਖ ਇੱਕ ਨਾਲ ਜੁੜੇ ਹੋਏ ਨੇ। ਗੁਰਬਾਣੀ ਨੇ ਵਡਿਆਈ ਉਸ ਪੁਰਸ਼ ਦੀ ਕਰੀ ਹੈ ਜਿਹੜਾ ਇੱਕ ਨਾਲ ਜੁੜ ਜਾਵੇ। ਜਿਹੜਾ ਮੜੀ ਮਸਾਣੀ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਜੁੜਿਆ ਹੋਇਆ, ਭਾਵੇਂ ਰੱਬ ਦੀ ਬੰਦਗੀ ਕਰਦਾ ਹੈ, ਉਹ ਸਫਲ ਨਹੀਂ ਹੈ। ਉਹਨੂੰ ਕੂੜ ਕਿਰਿਆ ਕਿਹਾ ਗਿਆ ਗੁਰਬਾਣੀ 'ਚ। ਕੂੜ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਆ। ਉਹ ਸਭ ਕੂੜ ਕਿਰਿਆ ਭਾਈ, ਦੁਆਇਤ ਹੈ, ਡੁਐਲਟੀ ਹੈ। ਇੱਕ ਨਾਲ ਜਿਹੜਾ ਜੁੜਦਾ ਹੈ ਸਿੱਖ ਜੁੜਦਾ ਹੈ। ਇਸ ਕਰਕੇ ਸਿੱਖਾਂ ਦੀ ਵਡਿਆਈ ਕਰੀ ਗਈ ਹੈ। ਸਿੱਖ ਤੋਂ ਮਤਲਬ ਇਹੀ ਤਾਂ ਨਹੀਂ ਹੈ ਵੀ ਹੋਰ ਕੋਈ ਸਿੱਖ ਨਹੀਂ ਹੋ ਸਕਦਾ, ਬਾਕੀ ਧਰਮ ਵਾਲੇ ਵੀ ਸਿੱਖ ਹੋ ਸਕਦੇ, ਉਹ ਵੀ ਇੱਧਰ ਆ ਜਾਣ, ਇੱਕ ਨਾਲ ਜੁੜ ਜਾਣ, ਉਹਨਾਂ ਦੀ ਉਨੀਓ ਮਹਿਮਾ ਹੋਏਗੀ। ਉਰੇ ਕੋਈ ਫਰਕ ਵਾਲੀ ਗੱਲ ਨਹੀਂ ਕਰੀ ਹੋਈ ਹੈ। ਜਿਹੜਾ ਇੱਕ ਨਾਲ ਜੁੜਦਾ ਹੈ ਉਹਦੀ ਮਹਿਮਾ ਹੈ। ਤੇ ਮਨ ਜਦੋਂ ਨੀਵਾਂ ਹੋਏਗਾ, ਮੱਤ ਨੇ ਉੱਚੀ ਹੋਣਾ ਹੀ ਹੋਣਾ ਹੈ। ਇਹ ਦੋਨੋਂ ਇੱਕ ਦੂਜੇ ਦੇ ਉਲਟ ਚੱਲਦੇ। ਮਨ ਉੱਚਾ ਹੋ ਗਿਆ, ਹਉਮੈ ਆ ਗਈ, ਹੰਕਾਰ ਆ ਗਿਆ, ਮੱਤ ਨੇ ਹੇਠਾਂ ਆ ਜਾਣਾ। ਜਿਵੇਂ ਇੱਲ ਹੈ ਉੱਪਰ ਉੱਡਦੀ ਹੁੰਦੀ ਹੈ ਆਕਾਸ਼ ਦੇ ਵਿੱਚ, ਨਿਗਾਹ ਉਹਦੀ ਹੇਠਾਂ ਮਰੇ ਹੋਏ ਡੰਗਰਾਂ ਤੇ ਹੁੰਦੀ ਹੈ। ਉਡਾਰੀ ਉੱਚੀ ਹੈ ਪਰ ਜਿਹੜੀ ਸੁਰਤੀ ਹੈ ਉਹ ਨੀਵੀਂ ਹੈ, ਵਿਵੇਕ ਹੈ ਨਹੀਂ। ਇਹ ਚੀਜ਼ ਦੀ ਮੰਗ ਕਰੀ ਗਈ ਬਈ ਸਾਡੇ ਜਿਹੜੇ ਖਿਆਲਾਤ ਹੈ, ਥਾਟਸ ਹੈ, ਉਹ ਸਾਡੀ ਜਿਹੜੀ ਸੁਰਤ ਹੈ ਉਹਦੇ ਮੁਤਾਬਕ ਹੋਣ। ਇਹ ਨਾ ਹੋਵੇ ਵੀ ਅਸੀਂ ਕਹਿੰਦੇ ਕੁਛ ਹੋਰ ਹੋਈਏ ਤੇ ਕਰਦੇ ਕੁਛ ਹੋਰ ਹੋਈਏ। ਉਡਾਰੀ ਵੀ ਉੱਚੀ ਹੋਵੇ, ਸੁਰਤ ਵੀ ਉੱਚੀ ਹੋਵੇ, ਖਿਆਲਾਤ ਵੀ ਉੱਚੇ ਹੋਵੇ, ਸੁਰਤ ਵੀ ਉੱਚੀ ਹੋਵੇ। ਸੁਰਤ ਮਤਲਬ ਸਾਡਾ ਧਿਆਨ। ਸੋ ਜਿਹੜਾ ਵੀ ਕੋਈ ਸਿੱਖ ਹੈ, ਗੁਰਸਿੱਖ ਹੈ, ਉਹਦੀ ਮੱਤ ਨੀਵੀਂ ਨਹੀਂ ਹੋਣੀ ਚਾਹੀਦੀ, ਮਨ ਨੀਵਾਂ ਹੋਣਾ ਚਾਹੀਦਾ। ਇਹ ਚੀਜ਼ ਤਾਂ ਸਾਰੀ ਗੁਰਬਾਣੀ ਵਿੱਚ ਵਿਦਿਤ ਹੈ। ਹਮੇਸ਼ਾ ਵਾਸਤੇ ਸਾਡਾ ਮਨ ਨੀਵਾਂ ਚਾਹੀਦਾ, ਮਨ 'ਚ ਹਉਮੈ ਨਹੀਂ ਚਾਹੀਦੀ, ਤੇ ਮੱਤ ਹਮੇਸ਼ਾ ਉੱਚੀ ਹੋਣੀ ਚਾਹੀਦੀ, ਵਿਵੇਕ ਹੋਣਾ ਚਾਹੀਦਾ ਉਹਦੇ ਵਿੱਚ। ਇੱਕ ਗੱਲ ਭਾਈ ਭਾਈ ਅਮਰੀਕ ਸਿੰਘ ਜੀ ਮਲੇਸ਼ੀਆ ਵਾਲਿਆਂ ਨੇ ਕਹਿ ਰਹੇ ਸੀਗੇ, ਉਹ ਬਿਲਕੁਲ ਸਹੀ ਬਾਤ ਹੈ ਬਈ ਜਿਹੜੀ ਵੀ ਗੁਰਬਾਣੀ ਹੈ, ਜਾਂ ਐਂ ਕਹੋ ਵੀ ਜਿਹੜੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਤੇ ਉਹਨਾਂ ਨੇ ਇਹ ਵੀ ਕਿਹਾ ਵੀ ਬਾਹਰ ਵੀ ਹੈ, ਹੋ ਸਕਦੀ ਹੈ, ਕੋਈ ਬੜੀ ਗੱਲ ਨਹੀਂ ਹੈ। ਕਿਉਂਕਿ ਪਹਿਲਾਂ ਬਾਣੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਉਚਾਰੀ ਗਈ ਸੀਗੀ ਕਈ ਭਗਤਾਂ ਦੁਆਰਾ, ਜਿਹੜੀ ਉਹਨਾਂ ਨੇ ਬਾਅਦ ਵਿੱਚ ਫਿਰ ਲਿਆਂਦੀ, ਸਾਂਭ ਕੇ 5ਵੇਂ ਪਾਤਸ਼ਾਹ ਨੂੰ ਦਿੱਤੀ। ਅੱਗੇ ਤੋਂ ਅੱਗੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਇਹਦਾ ਆਪਾਂ ਨਿਰਣਾ ਮੋਟੇ ਤੌਰ ਤੇ ਗੁਰਬਾਣੀ ਤੋਂ ਇਸ ਤਰ੍ਹਾਂ ਕਰ ਸਕਦੇ ਹਾਂ ਵੀ ਜਿਹੜਾ ਪੁਰਸ਼ ਚੌਥੇ ਪਦ 'ਚ ਚਲਾ ਗਿਆ ਜਾਂ ਪਰਮ ਪਦ 'ਚ ਪਹੁੰਚ ਗਿਆ, ਉਹਦੇ ਅੰਦਰੋਂ ਜੋ ਵੀ ਨਿਕਲੇਗਾ ਉਹ ਸੱਚੀ ਬਾਣੀ। ਧਰਮ ਕੋਈ ਵੀ ਹੋਵੇ, ਦੇਸ਼ ਕੋਈ ਵੀ ਹੋਵੇ, ਲੇਕਿਨ ਇਹ ਗੱਲ ਬੜੀ ਮੁਸ਼ਕਿਲ ਹੈ। ਪ੍ਰੈਕਟੀਕਲੀ ਇਹ ਬਹੁਤ ਮੁਸ਼ਕਿਲ ਗੱਲ ਹੈ। ਪੋਸੀਬਿਲਿਟੀਜ਼ ਦੇਅਰ, ਪਰ ਹੈ ਬੜੀ ਮੁਸ਼ਕਿਲ, ਕਿਉਂਕਿ ਸਾਨੂੰ ਸਮਝ ਨਹੀਂ ਹੁੰਦੀ ਵੀ ਇਹ ਚੌਥੇ ਵਾਲਾ ਹੈ ਜਾਂ ਨਹੀਂ ਹੈ। ਅਸੀਂ ਮੰਨ ਕੇ ਉਹਦੇ ਫੋਲੋਅਰ ਬਣ ਜਾਂਦੇ ਲੱਖਾਂ ਦੀ ਗਿਣਤੀ 'ਚ, ਉਹ ਹੈ ਕਿ ਨਹੀਂ ਹੈ। ਇਹ ਗੱਲ ਜਿੰਨਾ ਚਿਰ ਸਾਡੇ ਅੰਦਰ ਆਪਣਾ ਚੌਥਾ ਪਦ ਨਹੀਂ ਬਣਿਆ ਵਾ, ਅਸੀਂ ਨਹੀਂ ਸਮਝ ਸਕਦੇ ਵੀ ਗਾਹਾਂ ਬਣ ਗਿਆ ਜਾਂ ਨਹੀਂ ਬਣਿਆ। ਗੱਲਾਂ ਸੰਸਾਰ 'ਚ ਬਹੁਤ ਨੇ, ਲੋਕ ਗੱਲਾਂ ਦਾ ਖੱਟਿਆ ਖਾਂਦੇ। ਚੌਥਾ ਪਦ ਬਣਨਾ ਬਹੁਤ ਰੇਅਰ ਐਕਸ਼ਨ ਹੈ, ਕਰੋੜਾਂ 'ਚੋਂ ਕਿਸੇ ਇੱਕ ਅੱਧੇ ਦਾ ਹੁੰਦਾ।
ਉਹਦੇ ਅੰਦਰੋਂ ਜੋ ਵੀ ਸ਼ਬਦ ਨਿਕਲਣਗੇ ਉਹ ਸੱਚੀ ਬਾਣੀ ਹੁੰਦੀ। ਕਸਵੱਟੀ ਇਹੀ ਹੈ। ਧਰਮ ਕੋਈ ਵੀ ਹੋਵੇ, ਜਾਤ ਕੋਈ ਵੀ ਹੋਵੇ, ਕੋਈ ਰੌਲਾ ਨਹੀਂ ਹੈ। ਹੁਣ ਅਸੀਂ ਟਪਲਾ ਨਾ ਖਾਈਏ, ਬਜਾਏ ਅਸੀਂ ਬਾਹਰ ਅੰਦਰ ਇੱਧਰ ਉੱਧਰ ਦੇਖੀਏ। ਸਾਡੇ ਕੋਲ ਤਾਂ ਆਲਰੇਡੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ, ਇਹਦੇ ਵਿੱਚੋਂ ਹੀ ਜੋ ਕੁਛ ਤੋੜਨਾ ਤੋੜ ਸਕਦੇ। ਸਾਰੀ ਦੁਨੀਆ ਦਾ ਸਾਗਰ ਹੈ। ਬਜਾਏ ਅਸੀਂ ਬਾਹਰ ਫਿਰੀਏ, ਭਾਵੇਂ ਕਿ ਕੋਈ ਪਾਬੰਦੀ ਨਹੀਂ ਹੈ, ਲੇਕਿਨ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿਹਨੂੰ ਕੁਛ ਨਹੀਂ ਮਿਲਦਾ ਉਹਨੂੰ ਬਾਹਰ ਵੀ ਨਹੀਂ ਮਿਲ ਸਕਣਾ ਕੁਛ। ਸਾਗਰ ਚੋਂ ਜਿਹਨੂੰ ਕੁਛ ਨਹੀਂ ਮਿਲਦਾ ਉਹ ਨਦੀ ਚੋਂ ਕਿਆ ਟੋਲੂ, ਜਾਂ ਇੱਕ ਟੋਬੇ ਚੋਂ ਕਿਆ, ਛੱਪੜੀ ਚੋਂ ਕਿਆ ਟੋਲੂ। ਸੋ ਮੁੱਕਦੀ ਗੱਲ ਇਹੀ ਹੈ ਵੀ ਜਿਹੜਾ ਕੋਈ ਮਹਾਂਪੁਰਸ਼ ਬਣ ਗਿਆ, ਜਿਹੜਾ ਸੰਤ ਬਣ ਗਿਆ ਅਸਲੀ ਸ਼ਬਦਾਂ ਵਿੱਚ, ਚੌਥੇ ਪਦ ਵਾਲੇ ਨੂੰ ਕਹਿੰਦੇ ਸੰਤ। ਕਬੀਜ਼ ਲੰਬਾ ਪਾ ਲਿਆ, ਗੋਲ ਪੱਗ ਬੰਨ ਲਈ, ਉਹਦਾ ਕੋਈ ਮਤਲਬ ਨਹੀਂ ਹੈ, ਉਹ ਭੇਖ ਹੈ। ਉਹਦੇ ਅੰਦਰੋਂ ਪਰਮ ਪਦ ਵਾਲਾ ਜਿਹੜਾ ਮਹਾਂਪੁਰਸ਼ ਆ, ਚੌਥੇ ਪਦ ਦੀ ਸਿਖਰ ਵਾਲਾ ਜਿਹੜਾ ਮਹਾਂਪੁਰਸ਼ ਹੈ, ਉਹਦੇ ਅੰਦਰੋਂ ਜੋ ਵੀ ਸ਼ਬਦ ਨਿਕਲੇਗਾ ਉਹ ਸੱਚੀ ਬਾਣੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਧੰਨਤਾ ਦੇ ਯੋਗ ਸਾਰੀ ਸੰਗਤ ਤੇ ਗਰੁੱਪ ਮੈਂਬਰ ਸਾਹਿਬਾਨ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਦੀਨ ਦੁਨੀ ਦੇ ਮਾਲਕ। ਸਾਡਾ ਜਿਹੜਾ ਸੰਸਾਰ ਹੈ, ਜਗਤ ਹੈ ਜਿਹੜਾ, ਇਹਦੀ ਵਿਆਪਕਤਾ ਦੇ ਬਾਰੇ ਚ ਗੱਲ ਕਰ ਰਹੇ ਹਾਂ ਵੀ ਉਹਦੇ ਹੁਕਮ ਵਿੱਚ ਕਿੰਨਾ ਕੁਛ ਹੈ। ਅਸੰਖ ਮੂਰਖ ਅੰਧ ਘੋਰ, ਅਸੰਖਾਂ ਹੀ ਯਾਨੀ ਬੇਸ਼ੁਮਾਰ ਮੂਰਖ ਹੈ, ਅੰਨੇ ਹੈ, ਅਕਲ ਤੋਂ ਅੰਨੇ ਜਿਹਨੂੰ ਕਹਿੰਦੇ। ਅਸੰਖ ਚੋਰ ਹਰਾਮ ਖੋਰ, ਚੋਰ ਵੀ ਸੰਖਾਂ ਹੀ ਹੈ, ਹਰਾਮ ਖੋਰ ਜਿਹੜੇ ਕਰੀ ਖੋਹ ਨੇ, ਕਿਰਤਕਣ ਉਹ ਵੀ ਬਹੁਤ ਜ਼ਿਆਦਾ ਹੈ। ਖਾਸ ਕਰਕੇ ਪਰਮਾਤਮਾ ਦੇ ਸੰਦਰਭ ਵਿੱਚ ਵੀ ਨਾਮ ਨਹੀਂ ਜਪਦੇ। ਸਾਨੂੰ ਹੁਕਮ ਸੀਗਾ ਪਰ ਅਸੀਂ ਜਪਦੇ ਨਹੀਂ, ਅਸੀਂ ਹਰਾਮ ਖੋਰ ਹਾਂ। ਇਹ ਸ਼ਬਦ ਕਈ ਵਾਰ ਆਇਆ ਗੁਰਬਾਣੀ 'ਚ, ਲੂਣ ਹਰਾਮੀ ਸ਼ਬਦ ਵੀ ਆਇਆ। ਅਸੰਖ ਅਮਰ ਕਰ ਜਾਹੇ ਜੋ, ਕਰੋੜਾਂ ਹੀ ਲੱਖਾਂ ਹੀ ਅਸੰਖਾਂ ਹੀ ਬੇਸ਼ੁਮਾਰ ਆਪਣਾ ਜ਼ੋਰ ਕਰਕੇ ਚਲੇ ਜਾਂਦੇ ਸੰਸਾਰ ਦੇ ਵਿੱਚ। ਰਾਜਿਆਂ ਤੋਂ ਮੁਰਾਦ ਜਿਹੜੇ ਸ਼ਕਤੀਸ਼ਾਲੀ ਹੁੰਦੇ ਸੰਸਾਰੀ ਤੌਰ ਪਰ। ਅਸੰਖ ਗਲਵੱਡ ਹੱਤਿਆ ਕਮਾਹੇ, ਅਸੰਖਾਂ ਹੀ ਗਲ ਵੱਢਣ ਵਾਲੇ ਹੱਤਿਆ ਕਰ ਰਹੇ। ਕਸਾਈਆਂ ਤੋਂ ਮੁਰਾਦ ਹੈ ਜਾਂ ਜ਼ਬਰਦਸਤੀ ਕਰਕੇ ਕਿਸੇ ਦਾ ਗਲ ਵੱਢਦਾ ਕੋਈ, ਉਹਦੀ ਗੱਲ ਹੋ ਰਹੀ ਹੈ। ਇਹ ਗਲ ਵੱਢ ਕੇ ਨਹੀਂ ਹੈ, ਕਿਰਿਆ ਨਹੀਂ ਹੈ, ਇਹ ਗਲ ਵੱਢੇ ਹੈ। ਬਹੁਤੇ ਗਲ ਵੱਢੇ ਜਿੱਕਣ ਹੁੰਦੇ ਉਸ ਤਰ੍ਹਾਂ ਦਾ ਸ਼ਬਦ ਹੈ, ਬਹੁਵਚਨਕ ਹੈ। ਅਸੰਖ ਪਾਪੀ ਪਾਪ ਕਰ ਜਾਹੇ, ਬੇਸ਼ੁਮਾਰ ਪਾਪੀ ਪਾਪ ਕਰ ਕਰਕੇ ਇੱਥੋਂ ਚਲੇ ਜਾਂਦੇ। ਅਸੰਖ ਕੂੜਿਆਰ ਕੂੜੇ ਫਿਰਾਹੇ, ਬਹੁਤ ਸਾਰੇ ਝੂਠ ਮਾਰਦੇ ਫਿਰਦੇ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਵੀ ਕੂੜ ਕਿਰਿਆ ਔਰ ਚ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਅਸੰਖ ਮਲੇਸ਼ ਮਲ ਭਖ ਖਾਹੇ, ਇਹ ਮਲੇਸ਼ ਜਿਹੜੇ ਪੱਛਮ ਤੋਂ ਆਏ ਮੁਸਲਮਾਨ ਲੋਕ ਹੈ ਉਹਨਾਂ ਵਾਸਤੇ ਸ਼ਬਦ ਆਉਂਦਾ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਨਹਿ ਮਲੇਸ਼ ਕੋ ਦਰਸ਼ਨ ਲੈ। 7ਵੇਂ ਪਾਤਸ਼ਾਹ ਦੇ 8ਵੇਂ ਪਾਤਸ਼ਾਹ ਦੇ ਸ਼ਬਦ ਹੈ। ਤੋ ਇਹੋ ਜਿਹੇ ਅਨੇਕਾਂ ਹੀ ਅਸੰਖਾਂ ਹੀ ਬੇਸ਼ੁਮਾਰ ਮਲੇਸ਼ ਹੈ। ਮਲ ਭਖ ਖਾਨੇ, ਗੰਦਗੀ ਖਾਨੇ। ਗੰਦਗੀ ਖਾਣ ਤੋਂ ਮਤਲਬ ਹੈ ਉਹਨਾਂ ਦੀ ਜਿਹੜੀ ਕਮਾਈ ਹੈ ਉਹ ਠੀਕ ਨਹੀਂ ਹੈ। ਬੁਰੀ ਮੈਲ ਨਾਲ ਮਨ ਦੇ ਵਿੱਚ
ਗਲਤ ਖਿਆਲ ਰੱਖ ਕੇ ਉਹਨਾਂ ਨੇ ਕਮਾਇਆ ਹੋਇਆ ਧਨ ਹੁੰਦਾ ਜਿਹੜਾ, ਉਹਨੂੰ ਉਹ ਖਾਂਦੇ ਆ। ਵੈਸੇ ਇੱਕ ਇਹਦੇ ਨਾਲ ਹੋਰ ਵੀ ਬਾਤ ਜੁੜਦੀ ਹੈ, ਸਿਰ ਖੁਆਹੇ ਪੀਏ ਮਲਵਾਣੀ ਝੂਠਾ ਮੰਗ ਮੰਗ ਖਾਈ। ਜੈਨ ਧਰਮ ਵਾਲੇ ਜਿਹੜੇ ਉਹ ਗੰਦਗੀ ਖਾਂਦੇ ਆ, ਫੋਲ ਫਦੀਹਤ ਮੂੰਹ ਲੈਣ ਪੜਾਸਾ, ਪਾਣੀ ਦੇਖ ਸਗਾਹੀ। ਵਾਹਿਗੁਰੂ, ਗੰਦਗੀ ਦਾ ਪੜਾਸਾ ਵੀ ਲੈਂਦੇ ਹੋ, ਝੂਠਾ ਵੀ ਪੀਂਦੇ, ਭਾਂਡਿਆਂ ਦਾ ਧੋਣ ਪੀਂਦੇ, ਸਵਾਹ ਵਾਲਾ ਪਾਣੀ ਭਾਂਡੇ ਧੋਤੇ ਵਿੱਚ ਜਿਹਦੇ 'ਚ ਉਹਨੇ ਉਹ ਵੀ ਪੀਂਦੇ, ਤਾਂ ਉਹ ਮਲ ਭੱਖ ਖਾਣ ਹੈ, ਉਹਦੇ ਨਾਲ ਕੋਈ ਸਵੱਛਤਾ ਨਹੀਂ ਹੈ। ਕਲੀਨਲੀਨੈਸ ਇਜ਼ ਨੈਕਸਟ ਟੂ ਗੋਡ, ਅੰਗਰੇਜ਼ੀ ਕਹਾਵਤ ਹੈ। ਸਫਾਈ ਸਿੱਖੀ ਵਿੱਚ ਵੀ ਹੈ, ਗੰਦਗੀ ਖਾਣ ਨਾਲ ਕੋਈ ਰੱਬ ਦੇ ਨੇੜੇ ਨਹੀਂ ਹੋ ਜਾਂਦਾ। ਅਸੰਖ ਨਿੰਦਕ ਸਿਰ ਕਰੈ ਭਾਰ, ਬੇਸ਼ੁਮਾਰ ਨਿੰਦਕ ਆਪਣੇ ਸਿਰ ਪਰ ਭਾਰ ਚੱਕੀ ਫਿਰਦੇ। ਦੂਜਿਆਂ ਦਾ ਭਾਰ ਬਿਨਾਂ ਹੀ ਮਤਲਬ ਤੇ ਆਪਣੇ ਸਿਰ ਪਰ ਚੱਕੀ ਫਿਰਦੇ। ਕਿਸੇ ਦੀ ਜੇ ਨਿੰਦਿਆ ਕਰਦੇ ਉਹ ਹੌਲਾ ਹੋ ਜਾਂਦਾ, ਅਸੀਂ ਆਪਣੇ ਆਪ ਨੂੰ ਭਾਰੀ ਕਰ ਲੈਂਦੇ, ਸਿਰ ਦੇ ਉੱਤੇ ਗਰੜੀ ਬੰਨ੍ਹ ਲੈਂਦੇ ਨਿੰਦਿਆ ਦੀ। ਨਾਨਕ ਨੀਚ ਕਹੈ ਵਿਚਾਰ, ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨੀਵਾਂ ਕਰ ਰਹੇ, ਨੀਚ ਕਹਿ ਰਹੇ, ਇਹ ਵਿਚਾਰ ਕਰ ਰਿਹਾ, ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਤੇਰੇ ਤੋਂ ਇੱਕ ਵਾਰ ਵੀ ਬਲਿਹਾਰ ਨਹੀਂ ਜਾ ਸਕਦਾ। ਤੂੰ ਬਹੁਤ ਡਾਢਾ ਹੈ, ਬੇਅੰਤ ਹੈ, ਜੋ ਤੁਧ ਭਾਵੈ ਸਾਈ ਭਲੀ ਕਰ। ਜਿਹੜਾ ਕੋਈ ਤੈਨੂੰ ਭਾਉਂਦਾ ਉਹੀ ਸਾਰਾ ਸੰਸਾਰ ਕਰ ਰਿਹਾ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਹਮੇਸ਼ਾ ਤੋਂ ਹੈ, ਹੁਣ ਵੀ ਹੈ ਤੇ ਰਹੇਗਾ ਵੀ। ਬਾਕੀ ਸਾਰੀ ਦੁਨੀਆ ਫਾਨੀ ਹੈ, ਆਉਣ ਜਾਣ ਵਾਲੀ ਹੈ, ਤੂੰ ਸਦਾ ਵਾਸਤੇ ਸਲਾਮਤ ਹੈ। ਤੋ ਸਾਧ ਸੰਗਤ ਜੀਓ, ਬਾਣੀ ਬਿਲਕੁਲ ਸ਼ਾਰਟ ਵਿੱਚ ਅਰਥ ਰੱਖੀ ਦੇ ਇਸ ਕਰਕੇ, ਕਿਉਂਕਿ ਵਿਆਕਰਨ ਦੇ ਨਾਲ ਬਹੁਤਾ ਵਿਸਥਾਰ ਕਰਨ ਦੀ ਲੋੜ ਨਹੀਂ, ਐਕਸਪਲੇਨ ਕਰਨ ਵਿੱਚ ਹੋ ਸਕਦਾ ਹੈ, ਪਰ ਅਰਥ ਜਿਹੜੇ ਹੈਗੇ ਉਹ ਉਹਦੇ ਮੁਤਾਬਕ ਕੇ ਚੱਲਣੇ ਚਾਹੀਦੇ, ਸ਼ਾਰਟ ਵਿੱਚ, ਪ੍ਰੀਸਾਈਜ਼। ਭਾਈ ਰਣਜੀਤ ਸਿੰਘ ਜੀ, ਉਹਨਾਂ ਦਾ ਜਿਹੜਾ ਨੁਕਤਾ ਸੀਗਾ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਇਹ ਤਾਂ ਗੁਰਬਾਣੀ ਦੇ ਵਿੱਚ ਐਸਾ ਪਹਿਲਾਂ ਹੋਰ ਜਗ੍ਹਾ ਵੀ ਹੋਇਆ, ਉਸੇ ਸ਼ਬਦ ਨੂੰ ਦੋਨੋਂ ਤਰ੍ਹਾਂ ਆਇਆ ਹੋਇਆ। ਜਿਵੇਂ ਸਿੰਘ ਸ਼ਬਦ ਹੈ ਗੁਰਬਾਣੀ 'ਚ, ਸਿੰਘ ਬਹਾਦਰੀ ਖਾਤਰ, ਸ਼ੇਰ ਖਾਤਰ ਵੀ ਆਉਂਦਾ ਹੈ, ਸਿੰਘ ਨੈਗੇਟਿਵ ਸੈਂਸ ਵਿੱਚ ਵੀ ਆਉਂਦਾ। ਕਿਵੇਂ, ਜਬ ਲਗ ਸਿੰਘ ਰਹਿ ਬਨ ਮਾਹੇ, ਤਬ ਲਗ ਬਨ ਫੂਲੇ ਹੀ ਨਾਹੀਂ, ਜਬ ਹੀ ਸਿਆਰ ਸਿੰਘ ਕੋ ਖਾਏ, ਫੂਲ ਰਹੀ ਸਗਲੀ ਬਨਵਾਏ। ਇੱਥੇ ਸਿੰਘ ਹਉਮੈ ਖਾਤਰ ਆ ਗਿਆ, ਹੰਕਾਰ ਖਾਤਰ ਆ ਗਿਆ, ਬੁਰੀ ਸੈਂਸ ਵਿੱਚ ਆ ਗਿਆ। ਤੋ ਇਹ ਤਾਂ ਬਹੁਤ ਜਗ੍ਹਾ ਇਸ ਤਰ੍ਹਾਂ ਹੋਇਆ। ਜਿਹੜੀ ਮੱਤ ਹੈ, ਜਿਹੜੀ ਸਾਡੀ ਦੁਨਿਆਵੀ ਮੱਤ ਹੈ, ਇਹ ਤਾਂ ਖੋਟੀ ਹੈ, ਇਹਨੂੰ ਤਾਂ ਕੱਢਣਾ ਹੈ, ਇਹਨੂੰ ਤਿਆਗਣਾ ਹੈ। ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਉ ਜੀ। ਇਹ ਦੂਜੇ ਭਾਅ ਵਾਲੀ ਜਿਹੜੀ ਮੱਤ ਹੈ, ਇਹ ਖੋਟੀ ਮੱਤ ਹੈ। ਗੁਰੂ ਸਾਹਿਬ ਦੇ ਅੱਗੇ ਯਾਚਨਾ ਇਹੀ ਹੈ ਵੀ ਸਾਨੂੰ ਏਕੇ ਨਾਲ ਜੋੜ ਦੇ, ਜਿਹੜੀ ਸ੍ਰੇਸ਼ਟ ਮੱਤ ਹੈ, ਦੂਜੇ ਚੋਂ ਕੱਢ ਦੇ, ਡੁਐਲਿਟੀ ਚੋਂ ਕੱਢ ਦੇ। ਤੋ ਸਿੱਖਾਂ ਦੇ ਵਿੱਚ ਇੱਕ ਇਕੱਲਾ ਇਹੀ ਨਹੀਂ ਹੈ ਵੀ ਅਸੀਂ ਬਿਲਕੁਲ ਨੀਵੇਂ ਹੋ ਕੇ ਹੀ ਚੱਲਣਾ ਹੈ, ਇਹ ਇੱਕ ਪੱਖ ਹੈ ਜ਼ਿੰਦਗੀ ਦਾ, ਨੀਵਾਂ ਹੋਣ ਦਾ। ਲੇਕਿਨ ਦੂਜਾ ਪੱਖ ਵੀ ਸਾਨੂੰ ਨਾਲ ਦੀ ਨਾਲ ਗੁਰਬਾਣੀ 'ਚ ਦਿੱਤਾ ਹੋਇਆ ਹੈ। ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤਾਨ, ਆਪ ਨਾ ਡਰੋ ਨਾ ਆਪ ਡਰਾਵੋ, ਕਬੀਰ ਜੀ। ਜਦੋਂ ਲਾਹੌਰ ਦੇ ਨਵਾਬ ਦਾ ਬਾਜ ਸਿੱਖਾਂ ਨੇ ਸਿੱਟ ਲਿਆ ਹੇਠਾਂ, ਤਾਂ ਕਈ ਭੁੱਲੜ ਸਿੱਖ ਕਹਿੰਦੇ ਗੁਰੂ ਜੀ ਨੂੰ ਵੀ ਦੇ ਦਈਏ ਜੀ ਬਾਜ ਉਹਨਾਂ ਦਾ, ਉਹ ਸ਼ਕਤੀਸ਼ਾਲੀ ਹੈ, ਫਿਰ ਆਪਣੇ ਪਰ ਹਮਲਾ ਕਰੂਗਾ ਨਵਾਬ। ਤਾਂ ਗੁਰੂ ਸਾਹਿਬ ਦੇ ਇਤਿਹਾਸ 'ਚ ਵਚਨ ਹੈ, ਤਿਨ ਤੇ ਬਾਜ ਨਹੀਂ ਅਬ ਦੇਣਾ, ਤਾਜ ਬਾਜ ਇਨ ਤੇ ਸਭ ਲੈਣਾ। ਬਾਜ ਨਹੀਂ ਦੇਣਾ ਇਹਨਾਂ ਤੇ, ਤਾਂ ਅਸੀਂ ਤਾਜ ਵੀ ਖੋਣਾ ਹੈ। ਇਹ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਹੈ, ਇਹ ਮਨ ਦੀ ਮੱਤ ਦਾ ਇੱਕ ਹਿੱਸਾ ਹੈ। ਜਿੱਥੇ ਮਨ ਨੂੰ ਨੀਵਾਂ ਕਰਨਾ ਹੈ, ਮੱਤ ਵਿੱਚ ਨਿਰਮਾਣਤਾ ਲਿਆਉਣੀ ਹੈ, ਪਰ ਮੱਤ ਦੇ ਵਿੱਚ ਵਿਵੇਕ ਵੀ ਆਉਣਾ ਜ਼ਰੂਰੀ ਹੈ। ਉਹ ਵਿਵੇਕ ਚੜ੍ਹਦੀ ਕਲਾ ਵਾਲਾ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਫਿਰ ਵੀਰ ਰਸ ਹੁੰਦਾ ਹੈ, ਗੁੱਸਾ ਨਹੀਂ ਹੁੰਦਾ, ਹਉਮੈ ਨਹੀਂ ਹੁੰਦੀ, ਲੇਕਿਨ ਵੀਰ ਰਸ ਹੋਣਾ ਚਾਹੀਦਾ। ਵੀਰ ਰਸ ਤੋਂ ਬਿਨਾਂ ਬੰਦਾ ਮੈਦਾਨੇ ਜੰਗ ਦੇ ਵਿੱਚ ਜਾ ਕੇ ਦੁਸ਼ਮਣ ਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਦੋਨੋਂ ਪੱਖ ਹੈ ਗੁਰਮਤ ਦੇ, ਰੂਹਾਨੀਅਤ ਦੇ, ਸਪਿਰਿਚੁਅਲਿਟੀ ਦੇ ਜਾਂ ਡਿਵਿਨਿਟੀ ਦੇ।
ਨੀਵਾਂ ਵੀ ਕਦ ਤੱਕ ਹੋਣਾ ਹੈ, ਜੇ ਅਗਲਾ ਨਹੀਂ ਉਹ ਹਟਦਾ ਹੈ ਫਿਰ ਉਹਨੂੰ ਜ਼ਬਰਦਸਤੀ ਹਟਾਉਣਾ ਵੀ ਪੈਣਾ ਹੈ। ਪਰ ਉਹਦੇ ਵਿੱਚ ਹਉਮੈ ਔਰ ਬਦਲੇ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਦੋਸ਼ੀ ਨੂੰ ਦੰਡ ਦੇਣ ਤੱਕ ਦਾ ਮਤਲਬ ਹੋਣਾ ਚਾਹੀਦਾ ਹੈ, ਜਿੰਨਾ ਉਹਨੇ ਕਰਿਆ ਉਸ ਤੋਂ ਵੱਧ ਵੀ ਨਹੀਂ। ਜਿਹਨੂੰ ਆਪਾਂ ਕਹਿੰਦੇ ਆ ਅਵੈਂਜ ਜਾਂ ਰਿਵੈਂਜ। ਰਿਵੈਂਜ ਮਾੜਾ ਹੈ ਬਹੁਤ। ਰਿਵੈਂਜ ਦੇ ਵਿੱਚ ਹਉਮੈ ਦੀ ਭਾਵਨਾ ਹੁੰਦੀ ਹੈ ਔਰ ਅੰਦਰ ਤੋਂ ਜਲਨ ਹੁੰਦੀ ਹੈ ਬਹੁਤ, ਵੀ ਮੇਰੇ ਨਾਲ ਇਹਨੇ ਇੱਦਾਂ ਕਰਿਆ ਸੀ, ਮੈਂ ਇੱਦਾਂ ਕਰਨਾ ਇਹਦੇ ਨਾਲ। ਜਿਹੜਾ ਅਵੈਂਜ ਹੁੰਦਾ ਹੈ, ਜਿਹੜਾ ਬੰਦੇ ਬਹਾਦਰ ਨੇ ਕਰਿਆ, ਉਹਦੇ 'ਚ ਭਾਵਨਾ ਦੁਸ਼ਟ ਨਹੀਂ ਹੁੰਦੀ ਹੈ। ਉਹਦੇ 'ਚ ਸਿਰਫ ਜਿੰਨਾ ਕਿਸੇ ਨੇ ਜ਼ੁਲਮ ਕਰਿਆ ਉਹਨੂੰ ਉਹਦੀ ਸਜ਼ਾ ਦੇਣੀ ਹੈ। ਹਉਮੈ ਅੰਦਰ ਰੱਖ ਕੇ ਨਹੀਂ ਹੈ, ਵੀਰ ਰਸ ਵਿੱਚ ਆ ਕੇ। ਕਿਉਂਕਿ ਦੁਸ਼ਮਣ ਨੂੰ ਮਾਰਨ ਖਾਤਰ ਜਿਹੜਾ ਤਕੜਾ ਦੁਸ਼ਮਣ ਹੋਵੇ, ਵੀਰ ਰਸ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਉਹੀ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਵਿੱਚ ਖੇਡਾਂ ਮੇਡਾਂ ਸਭ ਕਰਕੇ ਦਿਖਾਈਆਂ। ਖੰਡੇ ਨੂੰ ਹੱਥ ਗਿਆ, 6ਵੇਂ ਪਾਤਸ਼ਾਹ ਨੇ ਵੀ ਇਹ ਪਹਿਲਾਂ ਬਾਤ ਕਰੀ ਹੈ। ਸੋ ਮਨ ਜਿਹੜਾ ਹੈ, ਮਨ ਤਾਂ ਨੀਵਾਂ ਹੋਣਾ ਹੀ ਚਾਹੀਦਾ ਹੈ, ਪਰ ਮੱਤ ਉੱਚੀ ਦਾ ਮਤਲਬ ਇਹੀ ਹੈ ਵੀ ਵਿਵੇਕ ਹੋਣਾ ਚਾਹੀਦਾ ਹੈ। ਵਿਵੇਕ ਵਿੱਚ ਦੋਨੋਂ ਪਾਸੇ ਹੋਣੇ ਚਾਹੀਦੇ, ਨੀਵਾਂਪਣ ਵੀ, ਨਿਮਰਤਾ ਵੀ ਤੇ ਚੜ੍ਹਦੀ ਕਲਾ ਵੀ। ਐਵੇਂ ਨਜਾਇਜ਼ ਕਿਸੇ ਤੋਂ ਡਰ ਕੇ ਉਹਨੂੰ ਆਪਣੀਆਂ ਲੜਕੀਆਂ ਦੇ ਡੋਲੇ ਪੇਸ਼ ਕਰਨੇ, ਇਹ ਸਿੱਖ ਥਾਟ ਵਿੱਚ ਨਹੀਂ ਹੈ। ਇਹੀ ਚੀਜ਼ ਤਾਂ ਗੁਰੂ ਸਾਹਿਬ ਨੇ ਵਰਤਾਈ ਹੈ। ਜਿਹੜੇ ਮੁਸਲਮਾਨ ਆਪਣਾ ਪਹਾੜੀ ਰਾਜੇ ਸੀ, ਉਹਨਾਂ ਨੂੰ ਇਹੀ ਗੱਲ ਤਾਂ ਸਿਖਾਈ ਸੀਗੀ ਕਿ ਤੁਸੀਂ ਕਿਉਂ ਡਰ ਕੇ ਉਹਨਾਂ ਦੇ ਨਾਲ ਆਪਣਾ ਰਿਸ਼ਤੇ ਦਾ ਸੰਬੰਧ ਬਣਾਉਂਦੇ। ਤਕੜੇ ਹੋ, ਮੁਕਾਬਲਾ ਕਰੋ, ਆਓ ਅੰਮ੍ਰਿਤ ਛਕੋ। ਜਿਹਨੂੰ ਉਹ ਮੰਨਣ ਨੂੰ ਤਿਆਰ ਨਾ ਹੋਏ, ਫਿਰ ਗੁਰੂ ਸਾਹਿਬ ਨਾਲੇ ਆਡਾ ਲਾ ਲਿਆ ਉਹਨਾਂ ਨੇ। ਸੋ ਚਲੋ, ਗੱਲ ਤਾਂ ਸਪਸ਼ਟ ਹੈ। ਭਾਈ ਸਾਹਿਬ ਦੀ ਵੀ ਨਿਸ਼ਾ ਹੋ ਗਈ ਲੱਗਦੀ ਹੈ। ਕੋਈ ਅਪਸ਼ਬਦ ਦੀ ਖਿਮਾ ਦੀ ਯਾਚਨਾ ਦਾ ਆਸਰਾ ਕਰਦਾ ਵਾਰ-ਵਾਰ। ਇੱਕ ਭਾਈ ਦਲਜੀਤ ਸਿੰਘ ਜੀ ਨੇ ਪੁੱਛਿਆ ਵੀ ਮੰਨੈ ਪਾਵੈ ਮੋਖ ਦੁਆਰ। ਭਾਈ ਸਾਹਿਬ ਜੀ ਉਹ ਵਿਆਕਰਨ ਜਿੱਥੇ 90, 95, 98% ਘੁੰਡੀਆਂ ਖੋਲ ਦਿੰਦਾ, ਕਿਤੇ ਕਿਤੇ ਉਹ ਨਹੀਂ ਵੀ ਲਾਗੂ ਹੁੰਦਾ, ਜਾਂ ਸਾਡੀ ਸਮਝ ਨਹੀਂ ਸਮਝ ਸਕਦੀ ਉਸਨੂੰ। ਜਾਂ ਹੋ ਸਕਦਾ ਛਾਪੇ ਦੀਆਂ ਬੀੜਾਂ ਵਿੱਚ ਅੰਗੇਲੀ, ਜਿਵੇਂ ਪਹਿਲਾਂ ਵੀ ਦਾਸ ਨੇ ਕਿਹਾ ਹੈ, ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ਉਹ ਗੱਲਾਂ ਮੈਂਸ਼ਨ ਵੀ ਕਰੀਆਂ। ਆਦਿ ਬੀੜ ਨਾਲ ਮਿਲਾਨ ਕਰਿਆ ਜਾ ਸਕਦਾ। ਹੁਣ ਜਿਵੇਂ ਸੁਖਮਨੀ ਸਾਹਿਬ 'ਚ ਬਚਨ ਹੈ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਬੱਬਾ ਸੱਸਾ ਹਾਏ ਨੂੰ ਸਿਆਰੀ। ਹਾਲਾਂਕਿ ਪ੍ਰਭੂ ਤਾਂ ਇੱਕੋ ਹੀ ਹੈ। ਬਹੁਤ ਜਗ੍ਹਾ ਬਸੈ ਸ਼ਬਦ ਹੀ ਆਉਂਦਾ ਬੱਬਾ ਸੱਸੇ ਦਲਾਈਆਂ ਨਾਲ, ਲੇਕਿਨ ਇੱਥੇ ਬਸ ਹੈ। ਇਹ ਪ੍ਰੇਮ ਦੇ ਵਿੱਚ, ਸਤਿਕਾਰ ਦੇ ਵਿੱਚ, ਜਿਵੇਂ ਆਪਾਂ ਆਪਣੇ ਬਜ਼ੁਰਗ ਨੂੰ, ਪਿਤਾ ਨੂੰ ਹੁੰਦਾ ਤਾਂ ਇਕੱਲਾ ਹੀ ਹੈ, ਬਾਪੂ ਜੀ ਕਹਿ ਕੇ ਸੰਬੋਧਨ ਕਰਦੇ ਹਾਂ। ਤੁਸੀਂ ਜੀ ਰੋਟੀ ਛਕ ਲਓ, ਤੁਸੀਂ ਜੀ ਖੇਤ ਵੱਲ ਜਾਇਓ, ਤੁਸੀਂ ਕਹਿੰਦੇ ਹੁੰਦਾ ਤਾਂ ਇੱਕੋ ਹੀ ਹੈ, ਤੂੰ ਹੁੰਦਾ। ਉਹ ਸਤਿਕਾਰ ਦੇ ਵਿੱਚ ਕਿਹਾ ਜਾਂਦਾ ਹੈ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਪ੍ਰਭ ਜੀ ਸਾਧੂ ਦੀ ਰਸਨਾ ਦੇ ਉੱਤੇ ਵਾਸਾ ਕਰਦੇ ਹਨ। ਸੋ ਅਲਪ ਬੁੱਧੀ ਹੈ ਬੰਦੇ ਦੀ, ਗੁਰੂ ਮਹਾਰਾਜ ਸਰਵਾਗੈ, ਉਹਨਾਂ ਦੀਆਂ ਉਹੀ ਜਾਣੇ। ਮੰਨੈ ਪਾਵੈ ਮੋਖ ਦੁਆਰ। ਮੰਨੈ ਇੱਕ ਵਚਨ ਦਾ ਪ੍ਰਤੀਕ ਹੈ, ਇਹ ਗੱਲ ਬਿਲਕੁਲ ਸਹੀ ਹੈ। ਉਹ ਮੋਖ ਦਾ ਦੁਆਰ ਪਾਉਂਦੇ ਹਨ ਜਿਹੜਾ ਮੰਨਦਾ ਹੈ। ਇਹਨੂੰ ਆਪਣੇ ਵਿਵੇਕ ਨਾਲ ਜਿਵੇਂ ਮਰਜ਼ੀ ਸੋਚ ਲਓ। ਕਈ ਦਫਾ ਬੁੱਧੀ ਦੇ ਖੰਭ ਝੜ ਜਾਂਦੇ ਆ। ਕੋਈ ਅਪਸ਼ਬਦ ਦੀ ਖਿਮਾ ਦੀ ਯਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਅਮਰੀਕ ਸਿੰਘ ਜੀ, ਉਹ ਸਹੀ ਕਹਿ ਰਹੇ ਹੋ ਤੁਸੀਂ। ਇੱਕ ਪੌੜੀ ਵਿੱਚ ਰਹਿ ਗਈ ਹੈ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ। ਅਸੰਖ ਕਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ। ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ। ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਜੇ ਫੁਰਮਾਏ ਤਿਵ ਤਿਵ ਪਾਹੈ, ਜੇਤਾ ਕੀਤਾ ਤੇਤਾ ਨਾਉ। ਬਿਨ ਨਾਵੇ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਵਾਰਿਆ ਨਾ ਜਾਵਾਂ ਏਕ ਵਾਰ।
जो तुध भावै साई भली कार, तू सदा सलामत निरंकार। वाहिगुरू जीओ, ये पौड़ी की विचार पहला मिस हो गई थी, दोबारा दासरा करदा। असंख नाभ असंख थांब, नाव का बहुवचन नाम हुंदा है, थां का थांब हुंदा, बावे नाल आउंदा गुरबाणी च। बेशुमार नाम है तेरे, बेशुमार थाम है तेरे, सब तेरे ही हैं। अगम अगम असंख लो, बेपहुँच अपहुँच, अपहुँच तो भी अपहुँच तेरे लो हैं। लो कहने दो तीन अर्थ हैं वैसे तो ये, पर लोकां नूं, खंडां नूं, बहुत दूर तक तेरा पसारा है। अपहुँच तो वो पहुँच है, करोड़ों ही खंड ब्रह्मंड है। असंख कहें सिर भार हो, जे असंख भी कहने तां भी सिर दे उत्ते भार आउंदा है, क्योंकि असंख फिर भी गिणती है, तू गिणती तो बाहर है, बेशुमार है। ये ਉਹੀ विचार आ रही है ਜਿਹੜੀ ਆਪਾਂ ਕਹਿ ਦਿੰਦੇ ਵੀ चार वेद हैं, सिमरतियां हैं और पुराणा है 18। नहीं भाई, ਉਹਦੇ संदर्भ ਵਿੱਚ कोई गिणती मिणती नहीं है। ਉੱਥੇ ਲੱਖਾਂ ही वेद हैं, लख लख बरमे वेद पढ़ एक अखर भेद ना जाता। ਉਹਦੇ मतलब कोई गिणती मिणती नहीं है, वो बेशुमार है। असंख कहना भी भार है सिर ਦੇ ਉੱਤੇ। अखरी नाम अखरी साला, ਅੱਖਰਾਂ ਦੇ ਵਿੱਚ ਹੀ ਪਰਮਾਤਮਾ ਦਾ ਨਾਮ ਹੈ, ਅੱਖਰਾਂ ਦੇ ਨਾਲ ਹੀ ਉਹਦੀ ਸਲਾਹ ਕਰੀ ਜਾਂਦੀ ਹੈ। ਅੱਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਦੇ ਨਾਲ ਹੀ ਗਿਆਨ ਪ੍ਰਾਪਤ ਹੁੰਦਾ ਹੈ, ਤੇ ਅੱਖਰਾਂ ਦੇ ਨਾਲ ਹੀ ਪਰਮਾਤਮਾ ਦੇ ਗੀਤ ਹੈ, ਜਿਹੜੇ ਗੁਣ ਹੈ ਉਹ ਗਾਏ ਜਾਂਦੇ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਦੇ ਵਿੱਚ ਹੀ ਲਿਖਿਆ ਜਾਂਦਾ ਹੈ, ਬੋਲਿਆ ਜਾਂਦਾ ਹੈ ਔਰ ਬਾਣੀ ਬਣਦੀ ਹੈ। ਅੱਖਰਾਂ ਸਿਰ ਸੰਜੋਗ ਵਿਖਾਣ, ਹਰ ਇੱਕ ਬੰਦੇ ਦੇ ਸਿਰ ਦੇ ਉੱਤੇ ਸੰਜੋਗ ਲਿਖੇ ਹੋਏ ਹੁੰਦੇ, ਉਹ ਵੀ ਅੱਖਰਾਂ ਦੇ ਵਿੱਚ ਹੀ ਹੁੰਦੇ। ਦੱਸ ਰਹੇ ਨੇ ਇੱਕ ਵਾਰ ਇੱਕ ਖੋਪਰੀ ਦੇਖੀ ਸੀ, ਕਿਸੇ ਨੇ ਦਿਖਾਈ ਸੀਗੀ। ਉਹ ਖੋਪਰੀ ਦੇ ਜਿਹੜਾ ਮੋਹਰਲਾ ਮੱਥੇ ਦਾ ਹਿੱਸਾ ਹੁੰਦਾ ਨਾ, ਉਹਦੇ ਅੰਦਰ ਬਾਹਰ ਕੁਛ ਉਰਦੂ ਜਿਹੀ ਲੈਂਗੁਏਜ ਪੜ੍ਹੀ ਤਾਂ ਨਹੀਂ ਸੀ ਜਾਂਦੀ, ਉਹ ਪਤਾ ਨਹੀਂ ਕਿਹੜੀ ਲਿਪੀ ਹੋਵੇ, ਉਰਦੂ ਵਰਗੀ ਸੀਗੀ। ਉਹਦੇ ਉੱਤੇ ਅੰਦਰ ਅੱਖਰ ਲਿਖੇ ਹੋਏ ਸੀਗੇ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿਸ ਪਰਮਾਤਮਾ ਨੇ ਇਹ ਅੱਖਰ ਲਿਖੇ ਹੈ ਸਾਰੀ ਦੁਨੀਆ ਦੇ ਸਿਰ ਦੇ ਉੱਤੇ, ਉਹਦੇ ਆਪਣੇ ਸਿਰ ਉੱਪਰ ਕੋਈ ਅੱਖਰ ਨਹੀਂ ਹੈ। ਤਿਸ ਸੀਸ ਨਾ ਹੋਵੀ ਲੇਖ, ਉਹ ਬਿਨਾਂ ਅੱਖਰਾਂ ਤੋਂ ਹੈ, ਬਿਨਾਂ ਲੇਖਾਂ ਤੋਂ ਹੈ। ਜੇ ਫਰਮਾਏ ਤਿਵ ਤਿਵ ਪਾਹੇ, ਜਿਸ ਤਰ੍ਹਾਂ ਤੂੰ ਫਰਮਾਉਣਾ ਹੈ, ਤਿਸ ਤਰ੍ਹਾਂ ਉਹ ਲੋਕ ਇਹ ਅੱਖਰਾਂ ਨੂੰ ਸਵੀਕਾਰ ਕਰ ਲੈਂਦੇ, ਮਤਲਬ ਹੈ ਤੇਰੇ ਹੁਕਮ ਵਿੱਚ ਚੱਲਦੇ। ਜੇਤਾ ਕੀਤਾ ਤੇਤਾ ਨਾਉ, ਸਭ ਕੁਝ ਤੇਰਾ ਹੀ ਨਾਮ ਹੈ। ਜਿੰਨੇ ਦੁਨੀਆ ਦੇ ਵਿੱਚ ਨਾਮ ਹੈ ਸਭ ਤੇਰੇ ਨਾਮ ਹੈ, ਚਾਹੇ ਹਿੰਦੁਸਤਾਨੀ ਨਾਮ ਹੈ, ਮੁਸਲਮਾਨੀ ਨਾਮ ਹੈ, ਅੰਗਰੇਜ਼ਾਂ ਦੇ ਨਾਮ ਹੈ, ਕੋਈ ਵੀ ਐਨੀ ਨਾਮ ਲੈ ਲਓ, ਸਭ ਉਸੇ ਦੇ ਨਾਮ ਹੈ। ਔਰ ਸਾਰਾ ਕੁਝ ਤੇਰਾ ਹੀ ਪਸਾਰਾ ਹੈ, ਬਿਨ ਨਾਵੇ ਨਾ ਹੀ ਕੋ ਥਾਉ। ਨਾਮ ਤੋਂ ਬਿਨਾਂ ਕੋਈ ਵੀ ਥਾਉ ਹੈ ਨਹੀਂ ਹੈ, ਹਰ ਇੱਕ ਜਗ੍ਹਾ ਤੂੰ ਵਿਆਪਕ ਹੈ। ਨਾਮ ਕੇ ਧਾਰੇ ਸਗਲੇ ਜੰਤ, ਉਹ ਵਿਚਾਰ ਆ ਰਹੀ ਹੈ। कुदरत कवन कहाँ विचार, मेरी क्या कुदरत है, मेरी क्या शक्ति है भी मैं तेरी विचार कर सका। क्योंकि एडे बड़े डाढे दे बराबर कोई होवे, उन्हें अपना शरीक बनाया वा होवे, ਉਹੀ ਉਹਨੂੰ जान सकदा। एक बार भी ते तो मैं बलिहारिया नहीं जा सकदा। एक जीव क्या कर सकदी है, जो तुध भावे साई भलीकार, ਉਹੀ सब कुछ ठीक है जो तैनू भाउंदा। तू सदा सलामत निरंकार, तू हमेशा तो है, हुण भी है और रहेगा भी। तू सदा सलामत है, सब दुनिया आवन जानी है, फानी है, तू ही रहन वाला है। कोई अपशब्द दी विचार कई बार बंदे तो हो जाते हैं, कोई अपशब्द निकल जाता, क्योंकि बंदा भुलनहार है। भुलन अंदर सबको भुल गुरु करतार, बनया ही बंदा भुल खातर है। टू एरर इज ह्यूमन, टू फॉरगिव डिवाइन। परमात्मा गुरु हमेशा माफ़ कर दिंदे, बंदा हमेशा ही भुलदा है। जे कोई ये कहे भी मैं नहीं भुलदा, गलत फहमी हो सकती है, क्योंकि ज़ाहरा तौर पर नहीं तो जरूर किते ना किते अंदर तो भुल हो ही जाती है। और भुल होनी कोई बुरी गल नहीं है। भुल नूं या गलती नूं ना मनना जिहड़ा वो बलंडर है, वो फिर बुरी गल है।
ਭੁੱਲ ਹੋਣੀ ਕੋਈ ਗੱਲ ਨਹੀਂ, ਇਹ ਤਾਂ ਕੁਦਰਤੀ ਹੈ। ਬੰਦਾ ਜੋ ਭੁੱਲਣ ਵਿੱਚ ਜੋ ਬਣਿਆ ਸਾਰਾ ਸੰਸਾਰ ਹੀ ਭੁੱਲਣ 'ਚ ਕਰਿਆ ਹੋਇਆ ਉਹਨੇ। ਭੁੱਲ ਨੂੰ ਨਾ ਮੰਨਣਾ ਇਹ ਫਿਰ ਹਿਮਾਕਤ। ਤੋ ਦਿਓ ਕੋਈ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਅਗਲੀ ਪੌੜੀ ਦੀ ਵਿਚਾਰ ਪ੍ਰਾਰੰਭ ਕਰਨ ਜਾ ਰਿਹਾ। ਦਾਸਰਾ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੈ, ਕਰ ਕਰ ਕਰਣਾ ਲਿਖ ਲੈ ਜਾਓ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਹੋ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਹੋ। ਗੁਰੂ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਅਗਲੀ ਪੌੜੀ 'ਚ ਫਰਮਾਨ ਕਰ ਰਹੇ, ਸਾਨੂੰ ਸਮਝਾ ਰਹੇ ਹੈ ਵੀ ਜੇ ਹੱਥਾਂ ਨੂੰ, ਪੈਰਾਂ ਨੂੰ, ਸਰੀਰ ਨੂੰ, ਦੇਹ ਨੂੰ ਮੈਲ ਲੱਗ ਜਾਵੇ, ਫਿਰ ਉਹਨੂੰ ਆਪਾਂ ਪਾਣੀ ਦੇ ਨਾਲ ਧੋ ਲੈਂਦੇ। ਪਾਣੀ ਧੋਤਾ ਉਤਰਸ ਖੇ। ਉੱਤਰ ਸੋ ਖੇ ਵੀ ਪੜ੍ਹਦੇ हैं कुछ लोग पाठ, पर वो नहीं है। फिर उत्तर ਜਿਹੜਾ ਵਰਬ ਹੈ ਉਹ ਸਹੀ ਨਹੀਂ ਬਣਦਾ। ਉਤਰਸ ਉਤਰਦੀ ਹੈ। ਸਾਰੀ ਸਰੀਰ ਦੀ ਮੈਲ ਨੂੰ ਆਪਾਂ ਪਾਣੀ ਨਾਲ ਧੋ ਲੈਂਦੇ। ਜੇ ਮੂਤ ਪਲੀਤੀ ਕੱਪੜੇ ਹੋ ਜਾਏ, ਮਤਲਬ ਹੈ ਪਲੀਤ ਹੋ ਜਾਏ ਸਾਡਾ ਜਾਮਾ, ਤਾਂ ਅਸੀਂ ਉਹਨੂੰ ਸਾਬਣ ਦੇ ਕੇ ਧੋ ਲੈਂਦੇ ਹਾਂ। ਦੇ ਸਾਬੂਨ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ। ਇਸੇ ਤਰ੍ਹਾਂ ਜੇ ਸਾਡੀ ਮੱਤ ਹੈ ਜਿਹੜੀ ਉਹ ਪਾਪਾਂ ਦੇ ਨਾਲ ਭਰ ਜਾਵੇ। ਇੱਥੇ ਸਮਝਣ ਵਾਲੀ ਗੱਲ ਹੈ ਵੀ ਅਸੀਂ ਪਾਪ ਜਿਹਨੂੰ ਸਮਝਦੇ ਹਾਂ ਉਹ ਅਸਲ 'ਚ ਪਾਪ ਨਹੀਂ ਹੁੰਦੇ, ਉਹ ਕ੍ਰਾਈਮ ਹੁੰਦੇ, ਜੁਰਮ ਹੁੰਦੇ। ਪਾਪ ਹਮੇਸ਼ਾ ਹੀ ਅੰਦਰ ਹੁੰਦਾ। ਜਦ ਵੀ ਕੋਈ ਮਾੜਾ ਖਿਆਲ ਆ ਗਿਆ, ਕੋਈ ਫੁਰਨਾ ਬਣ ਗਿਆ, ਉਹ ਪਾਪ ਬਣ ਜਾਂਦਾ, ਚਾਹੇ ਉਹਨੂੰ ਆਪਾਂ ਪ੍ਰੈਕਟੀਕਲੀ ਕਰੀਏ ਜਾਂ ਨਾ ਕਰੀਏ। ਔਰ ਕ੍ਰਾਈਮ ਨੂੰ ਤਾਂ ਸਾਰੀ ਸੁਸਾਇਟੀ ਦੇਖ ਸਕਦੀ ਹੈ, ਕਾਨੂੰਨ ਵੀ ਦੇਖ ਲੈਂਦਾ ਹੱਥਾਂ ਪੈਰਾਂ ਨਾਲ ਕਰੇ ਹੋਏ ਜੁਰਮ ਨੂੰ। ਪਰ ਜਿਹੜਾ ਪਾਪ ਹੈ ਉਹਨੂੰ ਕੇਵਲ ਧਰਮਰਾਜ ਦੇਖਦਾ ਜਾਂ ਗੁਰੂ ਦੇਖਦਾ, ਹੋਰ ਨੂੰ ਨਹੀਂ ਪਤਾ ਚੱਲਦਾ ਕਿ ਇਹਦੇ ਅੰਦਰ 'ਚ ਕਿਆ ਚੀਜ਼ ਹੈ। ਕਿਉਂਕਿ ਖਿਆਲ ਆਉਣ ਨੂੰ ਤਾਂ ਕੋਈ ਜਾਣ ਨਹੀਂ ਸਕਦਾ, ਖਿਆਲ ਹੀ ਪਾਪ ਬਣ ਜਾਂਦਾ ਜਿਹੜਾ ਮੰਦਾ ਖਿਆਲ ਹੁੰਦਾ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਰੰਗ ਵਿੱਚ ਉਹ ਧੋਤੀ ਜਾਂਦੀ ਹੈ ਜਿਹੜੀ ਮੱਤ ਹੈ ਪਾਪਾਂ ਨਾਲ ਭਰੀ ਹੋਈ। ਉਹ ਕਿਸੇ ਕਿਰਿਆ ਵਿਸ਼ੇਸ਼ ਨਾਲ ਜਿਵੇਂ ਸੰਸਾਰ ਕਰਦਾ ਪਿਆ ਉਸ ਤਰ੍ਹਾਂ ਨਹੀਂ ਧੋ ਹੁੰਦੀ, ਨਾ ਹੀ ਕਿਸੇ ਤੀਰਥ ਕਰਨ ਨਾਲ, ਨਾ ਹੀ ਧਰਤੀ ਦਾ ਰਟਨ ਕਰਨ ਨਾਲ, ਤੇ ਨਾ ਹੀ ਕਿਸੇ ਸੋ ਕਾਰਡ ਉੱਪਰੋਂ ਪੂਜਾ ਪਾਠ ਨਾਲ। ਪੁੰਨੀ ਪਾਪੀ ਆਖਣ ਨਾਹੈ, ਕਰ ਕਰ ਕਰਣਾ ਲਿਖ ਲੈ ਜਾਓ। ਇਹ ਪੁੰਨੀ ਔਰ ਪਾਪੀ ਕੇਵਲ ਕਹਿਣ ਖਾਤਰੇ ਨਹੀਂ ਹੁੰਦੇ, ਐਕਚੁਅਲੀ ਇਹ ਹੈ ਇਸ ਤਰ੍ਹਾਂ। ਬੰਦਾ ਕੁਛ ਪਾਪ ਕਰਦਾ, ਕੁਛ ਪੁੰਨ ਵੀ ਕਰਦਾ ਆਪਣੇ ਆਪ ਵਿੱਚ। ਅਸਲ 'ਚ ਇਹ ਦੋਨੋਂ ਪਾਪ ਪੁੰਨ ਇੱਕੋ ਹੀ ਹੈ, ਕਿਉਂਕਿ ਹਉਮੈ 'ਚੋਂ ਨਿਕਲਦੇ ਆ ਦੋਨੋਂ। ਔਰ ਇਹ ਕਹਿਣ ਖਾਤਰ ਨਹੀਂ ਹੈ, ਇਹ ਵਾਕਈ ਹੁੰਦੇ ਹੈ। ਜਿਸ ਤਰ੍ਹਾਂ ਦਾ ਅਸੀਂ ਜੋ ਕੁਛ ਕਰਦੇ ਹਾਂ, ਕਰ ਕਰ ਕਰਨਾ ਲਿਖ ਲੈ ਜਾਓ, ਉਸ ਤਰ੍ਹਾਂ ਦਾ ਹੀ ਨਾਲ ਅੰਦਰ ਲਿਖੀ ਹੋ ਜਾ ਰਿਹਾ। ਜਿਵੇਂ ਕੰਪਿਊਟਰ ਲਿਖ ਲੈਂਦਾ ਹੈ, ਪਰਮਾਤਮਾ ਦਾ ਮਿਨੀ ਕੰਪਿਊਟਰ ਵੀ ਅੰਦਰ ਹੈ। ਜੋ ਵੀ ਅਸੀਂ ਚੰਗਾ ਮੰਦਾ ਕਰਦੇ ਹਾਂ ਉਹ ਨਾਲ ਦੀ ਨਾਲ ਆਪਣੀ ਲਿਖ ਕੇ ਅਗਲੇ ਜਾਮੇ 'ਚ ਪ੍ਰਵੇਸ਼ ਕਰ ਜਾਂਦੇ ਹਾਂ। ਆਪੇ ਬੀਜ ਆਪੇ ਹੀ ਖਾਓ। ਜਿਹੋ ਜਿਹਾ ਅਸੀਂ ਕਰਾਂਗੇ ਉਹੋ ਜਿਹਾ ਅੱਗੇ ਖਾਵਾਂਗੇ, ਵੱਢਾਂਗੇ। ਜਿਹਾ ਬੀਜੈ ਸੋ ਲਾਉਣਾ, ਕਰਮਾ ਸੰਦੜਾ ਖੇਤ। ਨਾਨਕ ਹੁਕਮੀ ਆਵੋ ਜਾਹੋ। ਇਹ ਜਿਹੜੇ ਖਾਓ ਔਰ ਜਾਹੋ ਸ਼ਬਦ ਹੈ ਸਾਧ ਸੰਗਤ ਜੀ, ਉਹ ਕਿਰਿਆ ਖਾਤਰ ਹੈ, ਜਿਹੜਾ ਔਂਕੜ ਆਇਆ ਹੋਇਆ। ਇਹ ਨਾਊਨ ਨਹੀਂ ਹੈ। ਤੋ ਕਿਰਿਆ ਦੇ ਵਿੱਚ ਔਂਕੜ ਬੁਲਾਉਣਾ ਹੁੰਦਾ ਹੈ। ਖਾਹੋ ਜਾਹੋ, ਪਰਮਾਤਮਾ ਦੇ ਹੁਕਮ ਦੇ ਵਿੱਚ ਅਸੀਂ ਆਉਂਦੇ ਹਾਂ, ਜਾਂਦੇ ਹਾਂ। ਇੱਥੇ ਵੀ ਇੱਕ ਨੁਕਤਾ ਥੋੜ੍ਹਾ ਜਿਹਾ ਐਕਸਪਲੇਨ ਕਰਨ ਵਾਲਾ ਹੈ। ਆਉਂਦੇ ਜਾਂਦੇ ਹੁਕਮ ਵਿੱਚ ਹੈ, ਭਾਵੇਂ ਉਹਦੇ ਪਿੱਛੇ ਵੀ ਸਾਡੇ ਆਪਣੇ ਕਰਮਾਂ ਦੇ ਲੇਖ ਹੁੰਦੇ, ਉਹਦੇ ਮੁਤਾਬਕ ਸਾਨੂੰ ਹੁਕਮ ਲੱਗਦਾ ਹੈ ਆਉਣ ਜਾਣ ਦਾ, ਜਿਸ ਤਰ੍ਹਾਂ ਜਿਹੜੇ ਵੀ ਜਾਮੇ 'ਚ ਪੈਣਾ। ਲੇਕਿਨ ਜਿਹੜੀ
ਬਖਸ਼ਿਸ਼ ਹੈ, ਜਾਂ ਜਿਹਨੂੰ ਆਪਾਂ ਕਹਿੰਦੇ ਵੀ 84 ਦਾ ਕੱਟਣਾ ਹੈ, ਉਹ ਭਾਣੇ ਵਿੱਚ ਹੈ। ਉਹ ਹੁਕਮ 'ਚ ਨਹੀਂ ਹੈ, ਉਹ ਭਾਣਾ ਹੈ ਉਹਦਾ। ਜਿਹਦੇ ਤੇ ਉਹਦਾ ਮਨ ਪਸੀਜੇ, ਗੁਰੂ ਦਾ ਮਨ ਪਸੀਜੇ, ਜਾਂ ਗੁਰੂ ਨੂੰ ਜਿਹੜਾ ਸਮਰਪਿਤ ਹੋ ਜੇ, ਉਹ ਕੱਟ ਸਕਦਾ, 84 ਨੂੰ ਕੱਟ ਦਿੰਦਾ। ਜਿਹੜਾ ਆਉਣਾ ਜਾਣਾ ਹੈ ਉਹ ਹੁਕਮ ਵਿੱਚ ਹੈ। ਸੋ ਸਾਧ ਸੰਗਤ ਜੀ, ਉਹ ਵਿਚਾਰ ਕਰਦੇ ਹਾਂ ਕੋਈ ਅਪਸ਼ਬਦ ਨਿਕਲ ਜਾਂਦਾ, ਜ਼ਰੂਰ ਮਾਫ ਕਰਿਓ ਔਰ ਅਸੀਸ ਵੀ ਦਿਓ। ਜਿਹੜੀ ਸ਼ਬਦ ਹੈ ਨਾ, ਹੋਲੀ ਕੀਨੀ ਸੰਤ ਸੇਵ ਦੱਸ ਰਹੇ ਨੇ, ਉਹ ਕੋਸ਼ਿਸ਼ ਕਰੀਏ ਅੱਜ ਵੀ ਟੋਲਣ ਦੀ। ਕੁਛ ਵਿੱਚੋਂ ਡਾਊਨਲੋਡ ਨਹੀਂ ਹੋ ਰਹੇ, ਬਾਕੀ ਹੋਰ ਸਾਰਾ ਕੁਝ ਹੋ ਰਿਹਾ, ਲੇਕਿਨ ਉਹ 2 ਸ਼ਬਦ ਹੈ ਐਸੇ, ਸ਼ਾਇਦ ਉਹਨਾਂ ਵਿੱਚ ਹੀ ਹੋਵੇ। ਦਿਨ ਵਿੱਚ ਕੋਸ਼ਿਸ਼ ਕਰਾਂਗਾ। ਜਿਹੜਾ ਇੱਕ ਭਾਈ ਰਵੀ ਜੀ ਨੇ ਪਾਇਆ, ਉਹ ਹੋਰ ਟਿਊਨ ਦੇ ਉੱਤੇ ਹੈ, ਗਾਇਆ ਵਾ ਤਾਂ ਉਹ ਵੀ ਬਹੁਤ ਉਹਨਾਂ ਨੇ ਕਮਾਲ ਦਾ ਹੈ, ਪਰ ਜਿਹੜੀ ਟਿਊਨ ਦੇ ਵਿੱਚ ਦੱਸ ਰਹੇ ਨੇ ਸੁਣਿਆ ਸੀ, ਉਹ ਨਹੀਂ ਹੈ। ਉਹ ਕੋਸ਼ਿਸ਼ ਕਰਾਂਗਾ ਦਿਨ ਵਿੱਚ, ਜੇ ਮਿਲ ਜੇ ਤਾਂ ਪਾਵਾਂਗਾ ਜ਼ਰੂਰ। ਸੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।